ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਫਿਰ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਸਿੰਘਾਂ ਵੱਲੋਂ ਜਿਹੜੇ ਮੋਰਚੇ ਹੈਗੇ ਆ ਧਰਨੇ ਹੈਗੇ ਉਹ ਲਗਾਤਾਰ ਜਾਰੀ ਹੈਗੇ ਆ। ਇਸ ਟਾਈਮ ਅਸੀਂ ਉਸ ਮਾਰਗ ਤੇ ਖੜੇ ਹੈਗੇ ਜਿਸ ਮਾਰਗ ਤੇ ਸੰਗਤਾਂ ਜਦੋਂ ਜਾਂਦੀਆਂ ਕਿ 1 ਮਿੰਟ ਦਾ ਵੀ ਇਸ ਰੋਡ ਤੇ ਵੇਲ ਨਹੀਂ ਮਿਲਦਾ, ਪਰ ਇਸ ਟਾਈਮ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਲਗਾਤਾਰ ਜਿਹੜੇ ਮੋਰਚੇ ਬੰਦੇ ਹੋਏ ਆ। ਇਹ ਅਸੀਂ ਹੈਗੇ ਆ ਇਸ ਟਾਈਮ ਬਿਆਸ ਦਰਿਆ ਦੇ ਉਸ ਪੁਲ ਤੇ ਜਿੱਥੋਂ ਬਿਲਕੁਲ ਇੱਕ ਹੱਦ ਆ, ਇੱਕ ਬਿਆਸ ਢਿਲਵਾਂ ਤੋਂ ਲੈ ਕੇ ਅੰਮ੍ਰਿਤਸਰ ਜਾਣ ਵਾਲੀ ਜਿੰਨੀ ਵੀ ਜਿਹੜੀ ਰੋਡ ਹੈਗੀ ਇਸ ਟਾਈਮ ਬਲੌਕ ਕਰ ਦਿੱਤੀ ਗਈ ਹੈ। ਜਿੱਥੋਂ ਅਸੀਂ ਦੂਜੇ ਬੰਨੇ ਅਸੀਂ ਗੱਲ ਕਰੀਏ ਗੋਂਦਵਾਲ ਸਾਹਿਬ ਦਾ ਇੱਕ ਦਰਿਆ ਪੈਂਦਾ, ਜਦੋਂ ਦੂਜੇ ਰਸਤੇ ਦੇ ਵਿੱਚੋਂ ਦੀ ਅਸੀਂ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਨੂੰ ਅਸੀਂ ਜਾਂਦੇ ਹਾਂ। ਉਸ ਤੋਂ ਬਾਅਦ ਹਰੀਕਾ ਪੁਲ ਜਿਹੜਾ ਆਉਂਦਾ ਵਾ, ਜਿਹਦੇ ਵਿੱਚੋਂ ਦੀ ਟੋਟਲੀ ਜਿਹੜੀ ਬੈਲਟ ਹੈਗੀ ਆ ਰਾਜਸਥਾਨ ਗੰਗਾਨਗਰ ਦੀ ਜਿੰਨੀ ਵੀ ਬੈਲਟ ਹੈਗੀ ਆ, ਮੋਗੇ ਤੋਂ ਫਰੀਦਕੋਟ ਤੋਂ ਬਰਨਾਲਾ ਬਠਿੰਡਾ ਜਿੱਧਰੋਂ ਵੀ ਸੰਗਤਾਂ ਆਉਂਦੀਆਂ ਉਧਰੋਂ ਦੀ ਆਉਂਦੀਆਂ ਵਾ, ਪਰ ਉਹ ਵੀ ਰਸਤਾ ਜਿਹੜਾ ਹੈਗਾ ਉਹ ਇਸ ਟਾਈਮ ਪੂਰਾ ਬੰਦ ਕਰਤਾ ਗਿਆ। ਕੁੱਲ ਮਿਲਾ ਕੇ ਜਿੰਨੇ ਵੀ ਦਰਿਆ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਸਾਰੇ ਬੰਦ ਕੀਤੇ ਗਏ ਆ। ਲਗਾਤਾਰ ਜਿਹੜਾ ਹੈਗਾ ਵਾ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈਗਾ ਵਾ। ਮੇਰੇ ਨਾਲ ਇਸ ਟਾਈਮ ਕਵੀਸ਼ਰੀ ਜਥਾ ਚੰਡੀਗੜ੍ਹ ਤੋਂ, ਜੋ ਕਿ ਆਪ ਜੀ ਸਾਰਿਆਂ ਦੇ ਬਿਲਕੁਲ ਜਾਣਦੇ ਹੀ, ਉਹਨਾਂ ਗੁਰਫਤਿਹ ਸਾਂਝੀ ਕਰਦੇ ਆ। ਵਾਹਿ ਖਾਲਸਾ ਫਤਿਹ ਜੀ। ਖਾਲਸਾ ਫਤਿਹ ਜੀ। ਖਾਲਸਾ ਜੀ, ਜਿੱਦਾਂ ਕਿ ਲਗਾਤਾਰ ਸਿੰਘ ਜਿਹੜੇ ਹੈਗੇ ਆ ਇਸ ਟਾਈਮ ਧਰਨਿਆਂ ਤੇ ਬੈਠੇ ਹੋਏ ਆ, ਮਕਸਦ ਉਹਨਾਂ ਦਾ ਇਹੀ ਆ ਕਿ ਜਿਹੜੇ ਸਾਡੇ ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ, ਝੂਠੇ ਉਹਨਾਂ ਤੇ ਮੁਕੱਦਮੇ ਜਿਹੜੇ ਜਾਰੀ ਕਰ ਦਿੱਤੇ ਗਏ ਆ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਬਹੁਤ ਵੱਡੀ ਤਦਾਦ ਜਿਹੜੀ ਲਗਾਤਾਰ ਬੇਅਦਬੀ ਜਿਹੜੀ ਹੋ ਰਹੀ ਆ। ਇਹ ਖਾਲਸਾ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਬੇਅਦਬੀ ਲਗਾਤਾਰ ਹੁੰਦੀ ਪਈ, ਇੱਕ ਤੇ ਅਸੀਂ ਹੁਣ ਹੋਈ ਆ ਤੇ ਬਹੁਤ ਵੱਡੀ ਤਦਾਦ ਤੇ ਹੋਈ, ਅਸੀਂ ਇੱਕ ਗਮ ਬਾਹਰ ਨਿਕਲ ਆਏ ਹਾਂ, ਪਰ ਇੱਦਾਂ ਦੀਆਂ ਬੇਅਦਬੀਆਂ ਜਿਹੜੀਆਂ ਹੈਗੀਆਂ ਲਗਾਤਾਰ ਹੀ ਹੁੰਦੀਆਂ ਪਈਆਂ ਵਾ, ਚਾਹੇ ਪੁਰਾਣੇ ਟਾਈਮ ਤੋਂ ਅਸੀਂ ਗੱਲ ਕਰੀਏ। ਇਹਦਾ ਕੀ ਕਾਰਨ ਆ ਤੇ ਇਹ ਕਿੱਦਾਂ ਬੰਦ ਹੋਏਗੀ? ਇਹ ਵੇਖੋ ਜੀ, 100 ਜਿੰਨੀ ਵੀ ਆਏ ਸੱਚੀ ਸੋਚੀ ਸਮਝੀ ਜਿਹੜੀ ਸਾਜ਼ਿਸ਼ ਆ। 4 ਮਹੀਨੇ ਪਹਿਲਾਂ ਮੈਂ ਸੰਤ ਬਾਬਾ ਰਣਜੀਤ ਸਿੰਘ ਦੇ ਕੋਲ ਪਰਸੋਂ ਗਿਆ ਸਾਂ। ਉਹਨਾਂ ਦੱਸਿਆ ਵੀ 4 ਮਹੀਨੇ ਪਹਿਲਾਂ ਜੋ ਜੂਨ ਮਹੀਨੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ, ਤੇ ਉਹਨਾਂ ਉਸ ਤੋਂ ਬਾਅਦ ਇਹ ਚੈਲੰਜ ਕੀਤਾ ਵੀ ਜਿਹੜੇ ਤੁਸੀਂ ਵੱਡੇ ਵੱਡੇ ਪ੍ਰਚਾਰ ਕਰਦੇ, ਬਾਬਾ ਰਣਜੀਤ ਸਿੰਘ ਹੋਰ ਵੀ ਉਹਨਾਂ ਨਾਂ ਲਿਆ, ਪੰਥਪ੍ਰੀਤ ਸਿੰਘ ਜੀ ਦਾ, ਵੀ ਅਸੀਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੀਤਾ। ਜੇ ਤੁਹਾਡੇ 'ਚ ਹਿੰਮਤ ਹੈ ਤੇ ਲੱਭ ਕੇ ਸਾਨੂੰ ਵਿਖਾਓ, ਅਸੀਂ 10 ਲੱਖ ਰੁਪਈਆ ਉਹਨਾਂ ਨੂੰ ਨਾਮ ਦੇਵਾਂਗੇ ਔਰ ਇਸ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਪੱਤਰਾ ਕਰਕੇ ਰੂੜੀਆਂ ਤੇ ਔਰ ਗਲੀਆਂ ਵਿੱਚ ਖਿਲਾਰਾਂਗੇ। ਇਸ ਰੋਸ ਵਿੱਚ ਆ ਕੇ ਜੋ ਕੋਰ ਨਰਾਦਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੀਤੀ, ਜਿਹੜੀ ਕਿਸੇ ਵੀ ਸਿੱਖ ਨੂੰ ਕੋਈ ਵੀ ਸਹਾਰ ਨਹੀਂ ਸਕਦਾ। ਸਿੱਖ ਦੇ ਖੂਨ ਦਾ ਕਤਰਾ ਤੇ ਵਹਿ ਜਾਊਗਾ, ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਦੇ ਨਹੀਂ ਸਹਾਰੇਗਾ। ਸੰਤ ਬਾਬਾ ਰਣਜੀਤ ਸਿੰਘ ਜੀ ਨੂੰ ਭਾਰੀ ਮੋਰਚਾ ਉੱਥੇ ਲਾਇਆ। ਉਸ ਮੋਰਚੇ ਦੇ ਵਿੱਚ ਬਹੁਤ ਸਾਡਾ ਜੋ ਘਾਣ ਕੀਤਾ ਗਿਆ, ਗੋਲੀਆਂ ਸਿੱਧੀਆਂ ਚਲਾਈਆਂ ਗਈਆਂ, ਸਿੰਘ ਵੀ ਸ਼ਹੀਦ ਹੋਏ ਔਰ ਪੱਥਰ ਰੋੜਾ ਬਹੁਤ ਚੱਲਿਆ। ਸਤਿਗੁਰੂ ਕਿਰਪਾ ਕਰੇ ਅੱਜ ਅਸੀਂ ਇਸ ਬਿਆਸਾ ਦਰਿਆ ਦੇ ਪੁਲ ਤੇ ਖੜੇ ਹਾਂ। ਮੈਂ ਇੱਥੇ ਸਿੰਧਾਂ ਵਿੱਚ ਇੰਨਾ ਜਜ਼ਬਾ ਵੇਖਿਆ। ਸਤਿਗੁਰੂ ਪਾਤਸ਼ਾਹ ਨੇ ਜਿਹੜੇ ਸਾਨੂੰ ਬਚਨ ਆਖੇ, ਜੋ ਜੀਵੇ ਜੇ ਜੀਵੇ ਪਤ ਲੱਥੀ ਜਾਵੇ, ਸਭ ਹਰਾਮ ਜੇਤਾ ਖਿਚਖਾਏ, ਉਹ ਲੋਕੋ ਜੀਣਾ ਤੇ ਪਤ ਨਾਲ ਜੀਓ, ਨਹੀਂ ਤੇ ਤੁਹਾਡੇ ਜਿਉਣ ਦਾ ਕੀ ਫਾਇਦਾ, ਐਵੇਂ ਧਰਤੀ ਤੇ ਭਾਰ ਬਣੇ ਬੈਠੇ ਜੇ। ਉਸ ਜਜ਼ਬੇ ਨੂੰ ਲੈ ਕੇ ਇਸ ਬਿਆਸ ਦਰਿਆ ਦੇ ਉੱਤੇ ਪੁਲ ਦੇ ਉੱਤੇ ਸਿੰਘ ਆਪਣੀਆਂ ਜਾਨਾਂ ਵਾਸਤੇ ਬਿਲਕੁਲ ਤਿਆਰ ਆ ਔਰ ਇਹ ਮਸਲਾ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ 5 ਤਖਤਾਂ ਦੇ ਜਥੇਦਾਰਾਂ ਨੂੰ ਲਾਇਆ ਨਾ ਜਾਵੇ, ਨਵੇਂ ਜਥੇਦਾਰ ਚੁਣੇ ਜਾਣ ਔਰ ਜਿਨ੍ਹਾਂ ਸਿੰਘਾਂ ਉੱਤੇ ਗੋਲੀਆਂ ਚੱਲੀਆਂ, ਜਿਨ੍ਹਾਂ ਉੱਤੇ ਤਸ਼ੱਦਦ ਕੀਤਾ ਗਿਆ, ਜਿਹੜੇ ਸ਼ਹੀਦ ਕੀਤੇ ਗਏ, ਉਹਨਾਂ ਕਾਤਲਾਂ ਦੇ ਉੱਤੇ ਜੋ ਸਜ਼ਾ ਬਣਦੀ ਆ 302 ਦਾ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੇ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 200 ਅੰਗ ਤੇ ਉਹਨਾਂ ਨੇ ਗਲੀਆਂ ਵਿੱਚ ਖਿਲਾਰਿਆ, ਬਾਕੀ 1230 ਅੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ, ਉਹ ਜਿੱਥੇ ਵੀ ਹੈ ਉਹ ਸਾਨੂੰ ਪ੍ਰਸ਼ਾਸਨ ਨੂੰ ਉਹ ਲੱਭ ਕੇ ਸਾਨੂੰ ਦੇਵੇ। ਉਹਨਾਂ ਚਿਰ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਮੰਗਾਂ ਹਨ। ਜਿੰਨਾ ਚਿਰ ਇਹ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਹਨਾਂ ਚਿਰ ਇਹ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ। ਸਤਿਗੁਰੂ ਕਿਰਪਾ ਕਰੇ, ਕੌਮ ਨੂੰ ਸਾਨੂੰ ਸਾਰਿਆਂ ਨੂੰ ਬਲ ਬਖਸ਼ ਕਰੇ, ਰਹਿਮਤ ਕਰੇ ਸਾਡੇ ਉੱਤੇ। ਤੋ ਸਾਰਾ ਇੱਕ ਬੱਚਾ ਘਰ ਦੇ 2 ਮੈਂਬਰ ਤੇ ਘੱਟ ਤੋਂ ਘੱਟ ਸੜਕ ਤੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ। ਜੋ ਖਾਲਸਾ, ਜਿੱਦਾਂ ਕਿ ਕਿਹਾ ਜਾਂਦਾ ਸੀ ਕਿ ਸਿੰਘ ਸੌਂ ਗਏ, ਬਿਲਕੁਲ ਸਿੰਘ ਉੱਠਦੇ ਨਹੀਂ ਪਏ ਕਿਉਂਕਿ ਬੇਅਦਬੀ ਲਗਾਤਾਰ ਜਾਰੀ ਸੀ ਨਾ, ਪਰ ਹੁਣ ਤੁਹਾਨੂੰ ਕੀ ਲੱਗਦਾ, ਕਿਉਂਕਿ ਤੁਸੀਂ ਵੀ ਵਿਚਰ ਕੇ ਆਏ ਜੀ, ਕੌਮ ਜਾਗ ਪਈ ਆ। ਜੋ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵਚਨ ਸੀ ਨਾ, ਉਹਨਾਂ ਆਖਿਆ ਮੈਂ ਸਰੀਰ ਨੂੰ ਮਰਨਾ ਮੌਤ ਨਹੀਂ ਮੰਨਦਾ, ਮੈਂ ਜ਼ਮੀਰ ਨੂੰ ਮਰਨਾ ਮੌਤ ਸਮਝਦਾ। ਇਹਨਾਂ ਨੂੰ ਸਾਡੀ ਜ਼ਮੀਰ ਨੂੰ ਮਰਿਆ ਸਮਝਿਆ ਸੀ, ਪਰ ਅੱਜ ਸਾਡੀ ਜਿਉਂਦੀ ਜਾਗਦੀ ਜ਼ਮੀਰ ਆ। ਅਸੀਂ ਇੱਕ ਬੱਚਾ ਜਿਹੜਾ ਆਪਣਾ ਖੂਨ ਵਹਾਉਣ ਵਾਸਤੇ ਤਿਆਰ ਹਾਂ, ਭਾਵੇਂ ਸਾਡੇ ਸਿੱਧੀਆਂ ਗੋਲੀਆਂ ਵੀ ਵੱਜਣ, ਅਸੀਂ ਇਹ ਮੋਰਚਾ ਉਹਨਾਂ ਚਿਰ ਨਹੀਂ ਤੋੜਾਂਗੇ। ਬਾਬਾ ਬੋਤਾ ਸਿੰਘ ਗਰਜਾ ਸਿੰਘ ਵਾਲਾ ਮੋਰਚਾ ਆਰੰਭ ਰੱਖਾਂਗੇ। ਸਤਿਗੁਰੂ ਸਾਡੀ ਕੌਮ ਨੂੰ ਬਲ ਬਖਸ਼ ਕਰੇ, ਸਾਡੇ ਤੇ ਰਹਿਮਤ ਕਰੇ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ। ਸਤਿਗੁਰੂ ਕਿਰਪਾ ਕਰੇ।
ਬਿਲਕੁਲ ਖਾਲਸਾ ਜੀ, ਜਿੱਦਾਂ ਕਿ ਅਸੀਂ ਲਗਾਤਾਰ ਹੀ ਸੰਗਤਾਂ ਦੇ ਰੂਬਰੂ, ਕਿਉਂਕਿ ਵਿਦੇਸ਼ਾਂ ਦੀਆਂ ਸੰਗਤਾਂ ਦੀ ਗੁਰੂ ਨੇ ਕਿਰਪਾ ਕਰਕੇ ਸਾਡੀ ਡਿਊਟੀ ਇਸ ਤਰ੍ਹਾਂ ਦੀ ਲਾਈ ਆ ਕਿ ਗੁਰੂ ਕਿਰਪਾ ਕਰਕੇ ਅਸੀਂ ਜਿਹੜੀਆਂ ਸੰਗਤਾਂ ਦੇ ਰਾਹੀਂ ਸਿੱਖ ਚੈਨਲ ਦੇ ਰਾਹੀਂ ਅਸੀਂ ਆਵਾਜ਼ ਪਹੁੰਚਾ ਰਹੇ ਹਾਂ। ਬਿਲਕੁਲ ਜਿੱਦਾਂ ਕਿ ਅਸੀਂ ਸਵੇਰ ਤੋਂ ਹੀ ਸੰਗਤਾਂ ਦੀ ਰਾਏ ਲੈ ਰਹੇ ਸੀ, ਇੱਕ ਸਰਬੱਤ ਖਾਲਸਾ ਦੀ ਜਿਹੜੀ ਆਵਾਜ਼ ਆਈ ਸੀ ਕਿ ਸੰਗਤਾਂ ਕਹਿ ਰਹੇ ਸੀ ਕਿ ਜਥੇਦਾਰ ਸਾਹਿਬਾਨ ਜਿਹੜੇ ਹੈਗੇ ਇਹਨੂੰ ਉਤਾਰ ਦਿੱਤਾ ਜਾਵੇ, ਉਸ ਤੋਂ ਬਾਅਦ ਇੱਕ ਸਰਬੱਤ ਖਾਲਸਾ ਜਿਹੜਾ ਹੈਗਾ ਵਾ ਤਖਤ ਤੇ ਹੋਣਾ ਚਾਹੀਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਬਿਲਕੁਲ ਇਹ ਮੰਗ ਸਾਡੀ ਬਿਲਕੁਲ ਠੀਕ ਆ। ਭਾਈ ਰਣਜੀਤ ਸਿੰਘ ਵੀ ਇਹ ਬਿਆਨ ਹੋਣਾ ਵੀ ਇਹ ਤਖਤ ਤੇ ਬਹਿਣ ਯੋਗ ਹੀ ਨਹੀਂ। ਜੇ ਅੱਜ ਇਹਨਾਂ ਨੇ ਉਹ ਜਿਹੜਾ ਸੌਦੇ ਸਾਧ ਨੂੰ ਇਹਨਾਂ ਮਾਫ ਕੀਤਾ ਸੀ, ਜੇ ਅੱਜ ਉਹ ਇਹ ਹੁਕਮਨਾਮਾ ਵਾਪਸ ਲੈਂਦੇ ਆ ਤੇ ਕੱਲ ਨੂੰ ਸਰਕਾਰ ਦੇ ਦਬਾਅ ਥੱਲੇ ਆ ਕੇ ਫਿਰ ਹੋਰ ਕੋਈ ਨਵਾਂ ਹੁਕਮਨਾਮਾ ਜਾਰੀ ਕਰ ਦੇਣਗੇ। ਇਹਨਾਂ ਨੂੰ ਇਸ ਗੱਲ ਬਿਲਕੁਲ ਪੱਕੇ ਤੌਰ ਤੇ ਲਾਇਆ ਜਾਵੇ। ਖਾਲਸਾ ਜੀ, ਜਿੱਦਾਂ ਕਿ ਸਭ ਤੋਂ ਪਹਿਲੋਂ ਸ਼ੁਰੂਆਤ ਹੀ ਗੱਲ ਚੱਲੀ ਸੀ ਕਿ ਪੰਜਾਂ ਤਖਤਾਂ ਵੱਲੋਂ ਜਿਹੜਾ ਸੌਦੇ ਸਾਧ ਨੂੰ ਮਾਫ ਕਰਨ ਦੇ ਨਾਲ ਹੀ ਸਭ ਕੁਝ ਇਫੈਕਟ ਹੋਇਆ ਕਿ ਇਹਦਾ ਕੁਝ ਹੋਰ ਵੀ ਕੋਈ ਕਾਰਨ ਹੋ ਸਕਦਾ? ਬਹੁਤਾ ਤੇ ਪਹਿਲੋਂ ਗੱਲ ਇੱਥੋਂ ਛੁੜੀ ਆ। ਵੇਖੋ ਜਿਹੜੇ ਇਹਨਾਂ ਦੀਆਂ ਜ਼ਮੀਰਾਂ ਇੱਥੋਂ ਤੱਕ ਮਰ ਚੁੱਕੀਆਂ। ਮੈਂ ਪਿਛਲੇ ਦਿਨੀ 29 ਤਰੀਕ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਦੀਵਾਨ ਲਾਉਣ ਵਾਸਤੇ ਮੈਨੂੰ ਜਿਹੜੇ ਸੰਘ ਸਾਹਿਬ ਜਿਹਨੂੰ ਗਿਆਨੀ ਗੁਰਮੁਖ ਸਿੰਘ ਆਂਦੇ ਆ, ਉਹਨੇ ਮੈਨੂੰ ਸੱਦਿਆ। ਮੈਂ ਪਹਿਲਾਂ ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਸੁਣਾਇਆ। ਇੱਕ ਮੇਰੀ ਕਵਿਤਾ ਬੜੀ ਹਿੱਟ ਹੋਈ ਜਿਹੜੀ ਭਾਈ ਅਮਰਜੀਤ ਸਿੰਘ ਜੀ ਸਭਰਾਂ ਦੀ ਲਿਖੀ ਹੋਈ ਕਵਿਤਾ, ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੰਨਾ ਸੀਸਿਆਂ ਤੋਂ ਦਿਖਣ ਬਾਹਰ ਭਾਈ। ਉਹ ਕਵਿਤਾ ਨੂੰ ਕੋਈ ਇਹੋ ਜਿਹੀ ਸਟੇਜ ਨਹੀਂ ਹੋਣੀ ਜਿੱਥੇ ਸੁਣਿਆ ਨਾ ਹੋਵੇ ਚਾਅ ਨਾਲ ਔਰ ਜਕਾਰੇ ਨਾ ਛੱਡੇ ਹੋਣ, ਸਿੰਘਾਂ ਵਿੱਚੋਂ ਜਜ਼ਬਾ ਭਰਨ ਵਾਲੀ ਕਵਿਤਾ। ਪਰ ਜਦੋਂ ਮੈਂ ਦਮਦਮਾ ਸਾਹਿਬ ਵੱਡੇ ਦੀਵਾਨ ਹਾਲ 'ਚ ਇਹ ਕਵਿਤਾ ਪੜ੍ਹੀ, ਉਸੇ ਵੇਲੇ ਮੈਨੂੰ ਇਸ ਗਿਆਨੀ ਗੁਰਮੁਖ ਸਿੰਘ ਜਿਹਨੂੰ ਜਥੇਦਾਰ ਤੁਸੀਂ ਆਂਦੇ ਜੇ, ਇਹਦਾ ਫੋਨ ਆ ਗਿਆ। ਉਹਨੇ ਆਖਿਆ ਮਹਿਲ ਸਿੰਘਾ ਤੂੰ ਇਹ ਕੀ ਕਰਨ ਡਿਆ, ਇਹ ਕੀ ਕੀਤਾ, ਤੈਨੂੰ ਪਤਾ ਨਹੀਂ ਇਹ ਧਾਰਮਿਕ ਸਟੇਜ ਆ, ਇਹ ਪੰਥਕ ਸਟੇਜ ਵਾ, ਇੱਥੇ ਇਹ ਜਿਹੀਆਂ ਕਵਿਤਾ ਨਹੀਂ ਪੜ੍ਹਨੀਆਂ। ਤੋ ਅਸੀਂ ਵੱਡੇ ਵੱਡੇ ਕੰਮ ਕਰਨੇ। ਹੁਣ ਜਿਹੜੇ ਇਹਨਾਂ ਕੰਮ ਕਰਨ ਸੀ ਉਹ ਤੁਸੀਂ ਵੇਖਿਆ ਜੋ ਇਹਨਾਂ ਕੀਤੇ ਆ, ਉਸ ਝੂਠੇ ਜੋ ਕਰਤੂਤਾਂ ਇਹਨਾਂ ਕਾਲੀਆਂ ਕੀਤੀਆਂ। ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ ਇੰਨੀ ਜ਼ਮੀਰ ਮਰ ਚੁੱਕੀ ਆ। ਜੋ ਮੈਨੂੰ ਇਹਨਾਂ ਭੇਟਾ ਆਖੀ ਸੀ, ਮੈਂ ਭੇਟਾ ਵੀ ਲਈ, ਮੈਂ ਇਹਨਾਂ ਦੇ ਮੁੜ ਕੇ ਮੱਥੇ ਨਹੀਂ ਲੱਗਾ ਇਹਨਾਂ ਕਾਇਰਾਂ ਦੇ। ਇਹਨਾਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਸੀ। ਸਤਿਗੁਰੂ ਕਿਰਪਾ ਕਰੇ, ਜਿਸ ਦਮਦਮੀ ਟਕਸਾਲ ਕਲਗੀ ਵਾਲੇ ਪਾਤਸ਼ਾਹ ਨੇ ਦਮਦਮਾ ਸਾਧ ਸਾਜੀ ਹੋਏ ਬਾਬਾ ਦੀਪ ਸਿੰਘ ਜੀ ਨੂੰ ਇਹ ਟਕਸਾਲ ਦੇ ਮੁਖੀ ਬਣਾਇਆ ਹੋਵੇ ਤੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਦੀ ਉਹ ਸਟੇਜ ਤੇ ਇਹਨਾਂ ਜਥੇਦਾਰਾਂ ਵੱਲੋਂ ਗੱਲ ਨਾ ਕੀਤੀ ਜਾਵੇ, ਜੋ ਮਨਾਹੀ ਕੀਤੀ ਜਾਵੇ, ਤੇ ਇਸ ਤੋਂ ਮੰਦੇ ਭਾਗ ਹੋਰ ਕਿਸ ਕੌਮ ਦੇ ਹੋ ਸਕਦੇ ਆ। ਸਤਿਗੁਰੂ ਕਿਰਪਾ ਕਰੇ, ਇਹਨਾਂ ਸਾਡੀ ਜ਼ਮੀਰ ਨੂੰ ਬਿਲਕੁਲ ਜਿੰਨਾ ਜਗਾਉਣਾ ਸੀ ਉਹਨਾਂ ਮਾਰ ਕੇ ਰੱਖ ਦਿੱਤਾ। ਪਰ ਸਾਡੀ ਅਜੇ ਜ਼ਮੀਰ ਜਾਗਦੀ ਆ, ਅਸੀਂ ਜਿਉਂਦੇ ਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਿੱਤੇ ਹੋਏ ਜੋ ਮਿਸ਼ਨ, ਉਹਨਾਂ ਦੇ ਮਾਰਗ ਤੇ ਤੁਰ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰਾਂਗੇ। ਉਹ ਤੇ ਜਿੰਨਾ ਚਿਰ ਇਹ ਮੋਰਚਾ ਫਤਿਹ ਨਹੀਂ ਹੁੰਦਾ, ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਉਹਨਾਂ ਚਿਰ ਇਸੇ ਤਰ੍ਹਾਂ ਹੀ ਇਹ ਮੋਰਚਾ ਜਾਰੀ ਰਹੇਗਾ। ਗੁਰੂ ਕਿਰਪਾ ਕਰੇ। ਤੋ ਇਹਨਾਂ ਸਿੱਖ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਬੜਾ ਮਾਣ ਦਿੱਤਾ ਔਰ ਸਾਡਾ ਵਿਦੇਸ਼ਾਂ ਵਿੱਚ ਇਹਨਾਂ ਮਾਣ ਵਧਾਇਆ। ਤੋ ਸਤਿਗੁਰੂ ਕਿਰਪਾ ਕਰੇ। ਮੈਂ ਸਾਰੇ ਸਿੱਖ ਚੈਨਲ ਦੇ ਵੀਰਾਂ ਨੂੰ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਜਿਨ੍ਹਾਂ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਹੁਣ ਵੀ ਬਹੁਤ ਸਾਰਾ ਸੰਯੋਗ ਸਾਡੀਆਂ ਸੰਗਤਾਂ ਦੇ ਰਹੀਆਂ, ਮੈਂ ਸਾਰੀਆਂ ਸੰਗਤਾਂ ਦਾ ਆਪਣੀਆਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਬਿਲਕੁਲ ਜੀ, ਬਿਲਕੁਲ ਸਿੱਖ ਚੈਨਲ ਹਮੇਸ਼ਾ ਆਵਾਜ਼ ਬੁਲੰਦ ਕਰਦਾ। ਸਿੱਖ ਚੈਨਲ ਦੇ ਜਰੀਏ ਤੁਸੀਂ ਕੋਈ ਵੀ ਆਵਾਜ਼ ਜਿਹੜਾ, ਕਿਉਂਕਿ ਸਿੱਖ ਚੈਨਲ ਦਾ ਮੁੱਦਾ ਹੀ ਇਹ ਹੈਗਾ, ਮਕਸਦ ਹੀ ਇਹ ਹੈਗਾ ਕਿ ਸਿੱਖ ਪੰਥ ਦੀ ਆਵਾਜ਼। ਬਿਲਕੁਲ ਦੋ ਲਫ਼ਜ਼ ਤੁਹਾਡੇ ਕੋਲ ਮੈਂ ਸੁਣਨਾ ਚਾਹੁੰਦਾ ਕਿਉਂਕਿ ਮਾਹੌਲ ਹੀ ਇੱਦਾਂ ਦਾ ਬਣ ਚੁੱਕਾ। ਸੰਗਤਾਂ ਇਸ ਟਾਈਮ ਪੂਰੇ ਵਰਲਡ ਵਿੱਚ ਤੁਹਾਨੂੰ ਸੁਣ ਰਹੀਆਂ, ਕਿਉਂਕਿ ਇਸ ਮਾਹੌਲ ਤੇ ਕੋਈ ਚਾਰ ਸ਼ਬਦ ਜਿਹੜੇ ਹੈਗੇ ਸੰਗਤਾਂ ਦੇ ਰੂਬਰੂ ਕਰੋ। ਉਹ ਸ਼ਬਦ ਕਵਿਤਾ ਸੁਣਾ ਦਈਏ ਫਿਰ। ਬਿਲਕੁਲ ਜੀ, ਕਵਿਤਾ ਆਹ ਫਿਰ ਕਵਿਤਾ ਜਿਹੜੀ ਕਵਿਤਾ ਗੁਰਮੁਖ ਸਿੰਘ ਨੇ ਦਮਦਮਾ ਸਾਹਿਬ ਤੋਂ ਸਾਨੂੰ ਰੋਕੀ ਸੀ ਨਾ, ਉਹ ਸਾਰੀ ਕੌਮ ਸੁਣ ਲਓ। ਇਹਦੇ ਵਿੱਚ ਜਜ਼ਬਾ ਕਿੰਨਾ ਭਰਦਾ। ਕੋਈ ਇਹੋ ਜਿਹੀ ਸਟੇਜ ਨਹੀਂ ਹੁੰਦੀ ਜਿਹਦੇ ਸਾਨੂੰ ਇਹ ਪਰਚੀ ਇਸ ਕਵਿਤਾ ਦੀ ਨਾ ਹੋਏ। ਬਿਲਕੁਲ ਜੀ, ਸਿੰਘ ਸਾਹਿਬ ਜਿੱਦਾਂ ਸਾਨੂੰ ਦੱਸ ਰਹੇ ਕਿ ਜਿਹੜੀ ਕਵਿਤਾ ਤੋਂ ਰੋਕਿਆ ਗਿਆ ਸੀ ਗਿਆਨੀ ਗੁਰਮੁਖ ਸਿੰਘ ਵੱਲੋਂ, ਉਹ ਹੁਣ ਕਵਿਤਾ ਜਿਹੜੀ ਹੈਗੀ ਸੰਗਤਾਂ ਦੇ ਰੂਬਰੂ ਕੀਤੀ ਜਾ ਰਹੀ ਆ। ਬਿਲਕੁਲ ਜੀ, ਅਸੀਂ ਇਹ ਤਖਤਾਂ ਤੇ ਪੜਾਂਗੇ। ਜਿਸ ਤਰ੍ਹਾਂ ਭਾਈ ਨਿਰਮਲ ਸਿੰਘ ਚੋਲੇ ਦੀ ਜ਼ਬਾਨ ਤੇ ਜ਼ਾਲਮਾਂ ਨੇ ਕੱਟ ਦਿੱਤੀ, ਪਰ ਉਹਨਾਂ ਸ਼ਹੀਦਾਂ ਦੇ ਜਿਹੜੀਆਂ ਕਵਿਤਾ ਗਾਉਣੀਆਂ ਨਹੀਂ ਛੱਡੀਆਂ। ਇਹਨਾਂ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਦਾ ਸਦਕਾ ਅਸੀਂ ਸਿੱਖ ਰਾਜ ਭਾਗ ਦੇ ਮਾਲਕ ਬਣੇ ਆ। ਸਿੱਖੋ, ਉਹ ਅਕਾਲ ਤਖਤ ਸਾਹਿਬ, ਉਹ ਹਰਮੰਦਰ ਸਾਹਿਬ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਕ ਬਚਨ ਕਿਹਾ ਕਰਦੇ ਸੀ, ਸਿੰਘੋ ਸਿੱਖ ਦੇ ਖੂਨ ਦਾ ਕਤਰਾ ਕਤਰੇ ਤੇ ਵਹਿ ਜਾਏਗਾ, ਪਰ ਗੁਰਧਾਮਾਂ ਦੀ ਉਹ ਬਿਰਦੀ ਕਦੇ ਨਹੀਂ ਸਾਰ ਸਕੇਗਾ। ਉਹ ਸੰਤ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਸੁੱਤੀ ਅਣਖ ਸਾਡੀ ਜਗਾਈ। ਸੰਤ ਬਾਬਾ ਜਰਨੈਲ ਸਿੰਘ ਜੀ ਜਿੱਧਰ ਨੂੰ ਲੰਘ ਜਾ ਕਰਦੇ ਸੀ, ਉਧਰ ਨੂੰ ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਤੇ ਸੋਭਦੀਆਂ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਖੂਨ ਦੇ ਖਾਲ ਵਗਾ ਦਿਆ ਕਰਦੇ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਮੈਂ ਉਹਨਾਂ ਦੇ 3 ਵਾਰਾਂ ਦਰਸ਼ਨ ਕੀਤੇ ਆ। ਉਹ ਇੱਕ ਐਲਾਨ ਕਰਿਆ ਕਰਦੇ ਸੀ,
ਜਿਹੜਾ ਗੁਰਧਾਮਾਂ ਦੀ ਬੇਅਦਬੀ ਕਰੇਗਾ ਉਹਨੂੰ ਕਦਾਚਿਤ ਵੀ ਮਾਫ ਨਹੀਂ ਕੀਤਾ ਜਾਏਗਾ। ਕਿਸੇ ਨੇ ਆਖਿਆ ਬਾਬਾ ਜੀ ਫੌਜ ਜਿਹੜੀ ਆ ਉਹ ਬੂਟ ਪਾ ਕੇ ਅੰਦਰ ਵਾ ਚੱਲੀ ਆ। ਉਹਨਾਂ ਆਖਿਆ ਬੂਟ ਪਾ ਕੇ ਆਉਣਗੇ ਜ਼ਰੂਰ, ਪਰ ਉਹਨਾਂ ਪੈਰਾਂ ਨਾਲ ਤੁਰ ਕੇ ਵਾਪਸ ਨਹੀਂ ਜਾਣਗੇ, ਉਹਨਾਂ ਨੂੰ ਲੱਦ ਕੇ ਖਾਣਾ ਪਊਗਾ। ਆਓ ਸੰਤ ਬਾਬਾ ਜਰਨੈਲ ਸਿੰਘ ਦੀ ਕਵਿਤਾ, ਉਹਨਾਂ ਦੇ ਕੋਲੋਂ ਸਮੇਂ ਦੀਆਂ ਸਰਕਾਰਾਂ ਕਿਸ ਤਰ੍ਹਾਂ ਥਰੀਅਰ ਕੰਬਦੀਆਂ ਸਨ, ਉਹਨਾਂ ਦਾ ਕਿਹੋ ਜਿਹਾ ਰੋਹਬ ਸੀ, ਉਹਨਾਂ ਦੇ ਕੋਲੋਂ ਕਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਕੰਬਦੀਆਂ ਸਨ। ਜੋੜੀ ਤੁਹਾਡੇ ਸਾਹਮਣੇ ਸਕੇ ਭਰਾਵਾਂ ਦੀ ਗੁਰਲਾਲ ਸਿੰਘ ਤੇ ਜੁਗਰਾਜ ਸਿੰਘ ਇਹੋ ਪੇਸ਼ ਕਰ ਰਹੇ ਜੀ। ਤੁਰੇ ਮੈਤੇ ਓਏ ਅਮਰਤ ਸਾਰੇ ਵੱਲ ਨੂੰ ਬੱਬਰ ਸ਼ੇਰ ਤੇ ਸਾਥੀ ਕੁਝ ਨਾਲ ਵੀਰੋ ਲੈਸ਼ ਸ਼ਸਤਰਾਂ ਦੇ ਨਾਲ ਫੱਬਦੇ ਸੀ ਜੱਗੋ ਵੱਖਰੀ ਚੜਤ ਕਮਾਲ ਵੀਰੋ ਜਿਹਦੇ ਰੋਬ ਤੋਂ ਡਰਦੀ ਸਰਕਾਰ ਕੰਬੇ ਪਿੰਡਰਾਂ ਵਾਲਾ ਸੀ ਅਸਵਾਰ ਪਾਈ ਜਾਂਦੀ ਸ਼ੂਕਦੀ ਕਾਰਜ ਜਾਰੂਆਂ ਦੀ ਕੰਨਾਂ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ ਗੱਦ ਤੇ ਲੰਮੀਆਂ ਹਨ ਬਾਵਾਂ ਅੱਗ ਜੋਸ਼ ਦੀ ਨੈਣਾ ਵਿੱਚ ਭੜਕਦੀ ਹੈ ਤਕੜੇ ਹਾਕਮਾਂ ਦਾ ਸੰਗ ਪਿਆ ਸੁੱਕਾ ਬਿਜਲੀ ਮੌਤ ਦੀ ਉਹ ਨਾਸਰ ਕੜਕਦੀ ਹੈ ਕੀ 14ਵੀਂ ਦਮਦਮੀ ਸੰਸਦਾ ਦਾ ਕਹਿਣੀ ਕਰਨੀ ਦਾ ਪੂਰਾ ਜਥੇਦਾਰ ਪਾਈ ਜਾਂਦੀ ਸ਼ੂਕਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ ਪਾਈ ਓਏ ਭੁੱਲੜ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ ਛੇਵੇਂ ਗੁਰਾਂ ਨੇ ਕੀਤਾ ਸਦਾਤ ਲਾਗੂ ਸ਼ਸਤਰ ਰੱਖੇ ਤੇ ਨਾਲ ਸਤਕਾਰ ਰੱਖੇ ਕਾਲ ਤਖਤ ਰਚਿਆ ਚੰਗੀ ਫੌਜ ਰੱਖੀ ਰੋਕਣ ਵਾਸਤੇ ਅਤਿਆਚਾਰ ਪਾਈ ਜਾਂਦੀ ਸ਼ੂਕਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ ਪਾਈ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਰਾਜ ਕੀਤਾ ਤੇ ਖਾਲਸੇ ਰਾਜ ਕਰਨਾ ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ ਚੁੱਕਣ ਵਾਲਿਆਂ ਨਾਲ ਲਿਹਾਜ਼ ਕਰਨਾ ਪਤਾ ਲੱਗੇ ਜਦ ਖਾਲਸਾ ਆ ਰਿਹਾ ਹੈ ਨਾਕਾ ਛੱਡ ਲਗਦੇ ਥਾਣੇਦਾਰ ਪਾਈ ਜਾਂਦੀ ਸ਼ੂਕਦੀ ਕਾਰਜ ਜਾਰੂਆਂ ਦੀ ਕੰਨਾਂ ਸ਼ੀਸ਼ਿਆਂ ਚੋਂ ਦਿਸਣ ਬਾਹਰ ਪਾਈ ਓਏ ਸਾਥੀ ਸੋਢੀ ਤੇ ਭਾਈ ਅਮਰੀਕ ਸਿੰਘ ਜੀ ਅੱਠੋਂ ਪੈਰ ਹੀ ਬਾਬੇ ਦੇ ਨਾਲ ਰਹਿੰਦੇ ਕਾਬਲ ਸਿੰਘ ਵਰਗੇ ਗੈਰਤਮੰਦ ਸੂਰੇ ਵੈਰੀ ਜ਼ੁਲਮ ਦੇ ਸਬਰ ਦੀ ਟਾਲ ਰਹਿੰਦੇ ਅਮਰਜੀਤ ਸਿੰਘ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਪਾਈ ਜਾਂਦੀ ਸ਼ੂਕਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ ਪਾਈ ਹੋ ਇਹ ਸੀ ਸਕੇ ਭਰਾਵਾਂ ਦੀ ਜੋੜੀ ਜੋ ਕਿ ਤੁਸੀਂ ਦੇਖ ਸਕਦੇ ਕਿ ਪੂਰੇ ਜੋਸ਼ ਦੇ ਨਾਲ ਜੋ ਕਿ ਕਿਉਂਕਿ ਸ਼ੁਰੂ ਤੋਂ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਿਹੜਾ ਜੋਸ਼ ਸੀ ਸਿੱਖਾਂ ਪ੍ਰਤੀ ਜਾਂ ਸਿੱਖਾਂ ਦੇ ਸਿੱਖਾਂ ਨੇ ਸੰਤ ਬਾਬਾ ਜਰਨੈਲ ਸਿੰਘ ਪ੍ਰਤੀ ਜਿਹੜਾ ਪਿਆਰ ਸੀ ਉਹ ਤੁਹਾਨੂੰ ਦੱਸਿਆ। ਬਿਲਕੁਲ ਮੈਂ ਇੱਕ ਵਾਰੀ ਤੁਹਾਨੂੰ ਸੰਗਤਾਂ ਦੇ ਰੂਬਰੂ ਕਰਾਉਣ ਜਾ ਰਿਹਾ। ਬਿਲਕੁਲ ਸਿੰਘ ਜਿਹੜੇ ਹੈਗੇ ਆ ਇਹ ਸਿੰਘ ਉਹ ਹੈਗੇ ਜਿਹੜੇ ਤੱਤ ਬਰ ਤੱਤ ਰਾਤ ਨਹੀਂ ਦੇਖ ਰਹੇ ਦਿਨ ਨਹੀਂ ਦੇਖ ਰਹੇ ਮੋਰਚਾ ਜਿਹੜਾ ਲਗਾਤਾਰ ਲਾ ਕੇ ਬੈਠੇ ਹੋਏ ਨੇ। ਸਿਰਫ ਉਹਨਾਂ ਦੀਆਂ ਮੰਗਾਂ ਇਹੀ ਹੈਗੀਆਂ ਵਾ ਕਿ ਜਿਹੜੇ ਸਾਡੇ ਵੀਰ ਹੈਗੇ ਜਿਹੜੇ ਸ਼ਹੀਦ ਹੋ ਚੁੱਕੇ ਆ ਉਹਨਾਂ ਦਾ ਜਿਹੜਾ ਜਿਨ੍ਹਾਂ ਨੇ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸਜ਼ਾਂ ਸਖਤ ਤੋਂ ਸਖਤ ਦਿੱਤੀਆਂ ਜਾਣ ਅਤੇ ਜਿਹੜੇ ਸਾਡੇ ਵੀਰ ਹੈਗੇ ਆ ਕਿਉਂਕਿ ਸ਼ਾਂਤਮਈ ਢੰਗ ਨਾਲ ਜਿਹੜਾ ਰੋਸ ਕਰ ਰਹੇ ਸਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਕਾਰਨ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ। ਬਿਲਕੁਲ ਹੁਣ ਤੁਹਾਨੂੰ ਮੈਂ ਹੌਲੀ ਹੌਲੀ ਬਿਲਕੁਲ ਅਸੀਂ ਜਿੱਥੇ ਅਸੀਂ ਖਲੋਤੇ ਹੈਗੇ ਕਿਉਂਕਿ ਇਹ ਬਿਆਸ ਦਰਿਆ ਦਾ ਪੁਲ ਹੈਗਾ ਵਾ ਬਿਲਕੁਲ ਅੱਧ ਵਿੱਚ ਅਸੀਂ ਖਲੋਤੇ ਹੈਗੇ ਆ। ਹੁਣ ਸਿੰਘ ਜਿਹੜੇ ਖਾਸ ਤੌਰ 'ਤੇ ਉਸ ਦੂਸਰੇ ਪਾਰ ਜਿਹੜੇ ਮੋਰਚਾ ਲਾ ਕੇ ਬੈਠੇ ਹੋਏ ਆ ਉਹਨਾਂ ਨਾਲ ਵੀ ਅਸੀਂ ਗੁਰਫਤਿਹ ਸਾਂਝੀ ਕਰਦੇ ਹਾਂ। ਇੱਥੇ ਮੈਂ ਤੁਹਾਡੇ ਕੋਲ ਆ ਗਿਆ ਮੰਗਦਾ ਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਬਿਆਸ ਦਰਿਆ ਦੇ ਬਿਲਕੁਲ ਉਸ ਮੋਰਚੇ ਤੇ ਖਲੋਤੇ ਹੋਏ ਜਿੱਥੇ ਕਿਉਂਕਿ ਸਭ ਤੋਂ ਵੱਡਾ ਮੋਰਚੇ ਦੀ ਅਸੀਂ ਗੱਲ ਕਰੀਏ ਕਿਉਂਕਿ ਇਹ ਇੰਟਰਨੈਸ਼ਨਲ ਮਾਰਗ ਹੈਗਾ ਵਾ। ਦਿੱਲੀ ਤੋਂ ਲਾਹੌਰ ਜਾਣ ਵਾਲੀ ਸੜਕ ਇਸ ਟਾਈਮ ਸਿੰਘਾਂ ਨੇ ਜਿਹੜੀ ਆ ਰੋਕੀ ਪਈ ਆ। ਬਿਲਕੁਲ ਮੰਗਾਂ ਉਹਨਾਂ ਦੀਆਂ ਤੱਤ ਬਰ ਤੱਤ ਉਸ ਮੰਗਾਂ ਦੇ ਉੱਪਰ ਖੜੇ ਹੋਏ ਨੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਤੇ ਜਿਹੜੇ ਸਾਡੇ ਸਿੰਘ ਹੈਗੇ ਆ ਜਿਹੜੇ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਉਹਨਾਂ ਤੇ ਜਿਹੜਾ ਮੋਰਚਾ ਹੈਗਾ ਐਦਾਂ ਹੀ ਚੜ੍ਹਦੀ ਕਲਾ ਵਿੱਚ ਰਹੇਗਾ। ਬਿਲਕੁਲ ਮੇਰੇ ਨਾਲ ਇਸ ਟਾਈਮ ਸ੍ਰੀ ਦਰਬਾਰ ਸਾਹਿਬ ਜੀ ਦੇ ਚੌਰ ਪਦਾਰਥ ਜਿਹੜੇ ਚੌਰ ਦੀ ਸੇਵਾ ਕਰਦੇ ਦਰਬਾਰ ਸਾਹਿਬ ਉਹ ਵੀ ਖਾਸ ਤੌਰ ਤੇ ਇਸ ਮੋਰਚੇ ਵਿੱਚ ਸ਼ਾਮਲ ਹੈ ਨੇ। ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ ਜਿੱਦਾਂ ਕਿ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਆ ਕਿਉਂਕਿ ਇੱਕ ਵਾਰੀ ਤੇ ਹੁਣ ਹੋਈ ਆ ਕਿਉਂਕਿ ਅਸੀਂ ਹੁਣ ਜਾਗ ਪਏ ਕਿਉਂਕਿ ਲਗਾਤਾਰ ਇਹ ਜਿਹੜੀਆਂ ਬੇਅਦਬੀਆਂ ਹੁੰਦੀਆਂ ਪਈਆਂ ਲਗਾਤਾਰ ਹੋਈ ਜਾਂਦੀਆਂ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸਤਿਗੁਰੂ ਸਾਹਿਬ ਜੀ ਦਾ ਇਹ ਫਰਮਾਨ ਹੈ ਜੇ ਜਿਉਂਦਿਆਂ ਜੀ ਪਤ ਹੀ ਲੱਥ ਜਾਵੇ ਤੇ ਸਾਡਾ ਖਾਣਾ ਪੀਣਾ ਹਰਾਮ ਹੋ ਜਾਂਦਾ ਹੈ। ਯਾਦ ਰੱਖਿਓ ਜਦੋਂ ਸਾਡੇ ਪਿਤਾ ਦੀ ਬੇਅਦਬੀ ਹੁੰਦੀ ਹੈ ਪਿਤਾ ਦਾ ਨਰਾਦਰ ਹੁੰਦਾ ਹੈ ਤੇ ਆਪਾਂ ਕੋਈ ਵੀ ਕੰਮ ਹੋਵੇ ਤਾਂ ਛੱਡ ਕੇ ਉੱਥੇ ਪਹੁੰਚ ਜੰਨੇ ਆ ਜਿੱਥੇ ਸਾਡੇ ਪਿਤਾ ਦੀ ਪੱਗ ਨੂੰ ਹੱਥ ਪਾਇਆ ਹੁੰਦਾ ਹੈ। ਤੇ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਪਿਤਾ ਸਮਝਦੇ ਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀਓ। ਇਸ ਲਈ ਇਹ ਸਮੁੱਚੀਆਂ ਸੰਗਤਾਂ ਜਿਹੜੀਆਂ ਹਨ ਇਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹਨ, ਨਾ ਹੀ ਕਿਸੇ ਜਥੇਬੰਦੀਆਂ ਦੀਆਂ ਬੁਲਾਈਆਂ ਹੋਈਆਂ ਨੇ। ਇਹ ਜਿਹੜੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਰੱਖਣ ਵਾਲੀਆਂ ਸੰਗਤਾਂ ਹਨ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਈਆਂ ਨੇ। ਸਾਡਾ ਜਿਹੜਾ ਇਹ ਸੰਘਰਸ਼ ਹੈ ਇਹ ਸ਼ਾਂਤਮਈ ਰੋਸ ਕਿਸੇ ਦੇ ਨਾਲ ਵਿਰੋਧਤਾ ਵਾਸਤੇ ਨਹੀਂ, ਕਿਸੇ ਪਾਰਟੀਬਾਜ਼ੀ ਦੇ ਨਾਲ ਕੋਈ ਤਕਰਾਰ ਨਹੀਂ। ਸਾਡੀਆਂ ਜਿਹੜੀਆਂ ਬੇਨਤੀਆਂ ਹਨ ਸੰਗਤਾਂ ਦੀਆਂ ਉਹ ਇਹੋ ਹਨ ਉਹ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੈ ਬਾਹਰਾ ਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੱਥੇ ਮਨੁੱਖਤਾ ਦੇ ਗੁਰੂ ਹਨ, ਸਮੁੱਚੀ ਮਨੁੱਖਤਾ ਦੇ ਗੁਰੂ ਹਨ। ਮਹਾਂਪੁਰਖ ਤਾਂ ਇਹ ਵੀ ਕਹਿੰਦੇ ਕਿ ਉਹ 84 ਲੱਖ ਦੇ ਵੀ ਗੁਰੂ ਹਨ। ਇਸ ਕਰਕੇ ਇੰਨਾ ਵੱਡਾ ਘੋਰ ਪਾਪ, ਇੰਨੀ ਘੋਰ ਨਰਾਦਰੀ ਤੇ ਫਿਰ ਵੀ ਜੇ ਆਪਾਂ ਕਹੀਏ ਇੱਕ ਘਰਾਂ ਦੇ ਵਿੱਚ ਬੈਠ ਜਾਈਏ ਜੋ ਹੁੰਦਾ ਹੋਵੇ। ਸਾਧ ਸੰਗਤ ਯਾਦ ਰੱਖਿਓ ਜੇ ਇੱਕ ਜਗ੍ਹਾ ਹੁੰਦੀ ਤਾਂ ਉੱਥੇ ਬੈਠ ਕੇ ਵਿਚਾਰ ਹੋ ਜਾਂਦੀ, ਪਰ ਅੱਜ ਤਾਂ ਦਿਨ ਰਾਤ ਇਹੋ ਹੀ ਖਬਰਾਂ ਸੁਣਦੇ ਵਿੱਚ ਆ ਰਹੀਆਂ ਨੇ। ਰੋਜ਼ਾਨਾ ਜਿੱਥੋਂ ਗੱਲ ਸੁਣਨ ਦੀ ਆਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਘੋਰ ਬੇਅਦਬੀ ਹੋ ਰਹੀ ਹੈ। ਇਸ ਚੀਜ਼ ਨੂੰ ਨਾ ਸਹਾਰਦਿਆਂ ਹੋਇਆਂ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ, ਕੇਵਲ ਸਿੱਖ ਹੀ ਨਹੀਂ ਇਸ ਦੇ ਵਿੱਚ ਸਾਡੇ ਹਿੰਦੂ ਭਰਾ ਤੇ ਮੁਸਲਮਾਨ ਭਰਾ ਵੀ ਆਪਣਾ ਜਿਹੜਾ ਰੋਸ ਪ੍ਰਗਟ ਕਰ ਰਹੇ ਨੇ। ਇਸ ਕਰਕੇ ਕਿ ਇਹ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਾਦਰ ਕਰਨ ਵਾਲੇ ਜਿਹੜੇ ਦੋਸ਼ੀ ਹਨ ਜਿਨ੍ਹਾਂ ਚਿਰ ਸੰਗਤਾਂ ਦੇ ਸਾਹਮਣੇ ਨਹੀਂ ਕੀਤੇ ਜਾਂਦੇ ਤੇ ਜਿਨ੍ਹਾਂ ਨੇ ਜਿਹੜੀ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਹੋਇਆਂ ਸੰਗਤ ਦੇ ਉੱਤੇ ਇੱਥੋਂ ਤੱਕ ਨਿਹੱਥੇ ਸਿੰਘਾਂ ਦੇ ਉੱਤੇ ਜੋ ਅਤਿਆਚਾਰ ਕੀਤਾ ਹੈ ਉਸ ਦਾ ਜਵਾਬ ਜਿੰਨਾ ਚਿਰ ਸੰਗਤ ਨੂੰ ਨਹੀਂ ਮਿਲਦਾ ਉਹਨਾਂ ਚਿਰ ਇਹ ਜਿਹੜੇ ਮੋਰਚੇ ਹਨ ਸੰਘਰਸ਼ ਹਨ ਜਾਰੀ ਰਹਿਣਗੇ। ਜੇ ਕੋਈ ਆਮ ਬੰਦੇ ਦਾ ਕਤਲ ਹੋ ਜਾਂਦਾ ਹੈ ਤੇ 307 ਦਾ ਪਰਚਾ ਦਰਜ 302 ਦਾ ਪਰਚਾ ਕੱਟਿਆ ਜਾਂਦਾ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਤੇ ਸਿੰਘਾਂ ਦਾ ਕਤਲ ਹੋਇਆ ਹਲੇ ਤੱਕ ਕੋਈ ਕਿਸੇ ਤੇ ਕਾਰਵਾਈ ਨਹੀਂ। ਇਸ ਕਰਕੇ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਇਸ ਸੰਘਰਸ਼ ਦਾ ਹਿੱਸਾ ਬਣੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋ ਰਹੀ ਘੋਰ ਬੇਅਦਬੀ ਜੋ ਹੈ ਉਹ ਰੋਕੀ ਜਾ ਸਕੇ। ਇਸ ਕਰਕੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਜਿੱਥੇ ਵੀ ਸੰਗਤਾਂ ਦੇ ਇਲਾਕਿਆਂ ਵਿੱਚ ਗੁਰੂ ਘਰ ਹਨ ਉੱਥੇ ਪਹਿਰੇ ਵਧਾਏ ਜਾਣ, ਕਿਉਂਕਿ ਇਹ ਇੱਥੇ ਨਹੀਂ ਬਹੁਤ ਜਗ੍ਹਾ ਦੇ ਉੱਤੇ ਇਹ ਬੇਅਦਬੀ ਹੋ ਰਹੀ ਹੈ। ਇਸ ਕਰਕੇ ਸੰਗਤਾਂ ਪਹਿਰੇ ਵਧਾਉਣ। ਤੇ ਦੂਸਰੀ ਬੇਨਤੀ ਕਿ ਹਰੇਕ ਨਗਰਾਂ 'ਚ ਜਿਹੜੇ ਗੁਰੂ ਘਰ ਹਨ 4-4 5-5 ਬਣ ਰਹੇ ਉਹ ਵੀ ਬਹੁਤ ਵੱਡਾ ਇਸ ਬੇਅਦਬੀ ਦਾ ਕਾਰਨ ਹਨ। ਜਿੱਥੇ ਪਿੰਡਾਂ ਦੇ ਵਿੱਚ 5-5 ਗੁਰਦੁਆਰੇ, ਇੱਕ ਗੁਰੂ ਘਰ ਦੇ ਵਿੱਚ 10-10 ਸਰੂਪ। ਸਾਧ ਸੰਗਤ ਬੇਨਤੀ ਹੈ ਜਦੋਂ ਗੁਰੂ ਸਾਹਿਬ ਮਹਾਰਾਜ ਹੁੰਦੇ ਤੇ 25 ਸਿੰਘ ਗੁਰੂ ਸਾਹਿਬ ਜੀ ਦੇ ਪਹਿਰੇਦਾਰ ਹੁੰਦੇ ਸੀ ਤੇ ਅੱਜ ਆਪਾਂ ਕਿਉਂ ਨਹੀਂ ਗੁਰੂ ਸਾਹਿਬ ਜੀ ਨੂੰ ਉਹ ਸਰੂਪ ਦੇਖਦੇ? ਕੇਵਲ 10 ਰੁਪਏ ਮੱਥਾ ਟੇਕ ਕੇ ਦੇਗ ਲੈਣ ਤੱਕ ਸੀਮਤ ਨਾ ਰਹੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡਾ ਸਭ ਕੁਝ ਹਨ। ਇਸ ਲਈ ਆਓ ਤੁਸੀਂ ਵੀ ਇਸ ਸੰਘਰਸ਼ ਦਾ ਹਿੱਸਾ ਬਣੋ। ਜੋ ਸਾਡੀ ਆਵਾਜ਼ ਹੈ
ਜੋ ਦੋਸ਼ੀ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਿਰਾਦਰ ਕਰਨ ਵਾਲੇ ਜਿਹੜੇ ਦੋਸ਼ੀ ਹਨ ਉਹ ਕਟਹਿਰੇ ਵਿੱਚ ਖੜੇ ਨਹੀਂ ਕੀਤੇ ਜਾਂਦੇ ਤੇ ਉਹਨਾਂ ਨੂੰ ਉਹ ਸਜ਼ਾਵਾਂ ਜੋ ਸੰਗਤਾਂ ਨੂੰ ਖਾਲਸਾ ਪੰਥ ਨੂੰ ਮਨਜ਼ੂਰ ਨੇ ਸਮੁੱਚੀ ਮਨੁੱਖਤਾ ਨੂੰ ਮਨਜ਼ੂਰ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ। ਉਹਨਾਂ ਚਿਰ ਇਹ ਸਿੱਖ ਸੰਗਤਾਂ ਜਿਹੜੀ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਖਾਲਸਾ ਜੀ, ਮੈਂ ਤੁਹਾਡੇ ਕੋਲ ਕੁਝ ਹੋਰ ਪੁੱਛਣਾ ਚਾਹੁੰਦਾ ਕਿਉਂਕਿ ਇਸ ਟਾਈਮ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਪੂਰੇ ਪਿਆਰ ਦੇ ਨਾਲ, ਚਾਹੇ ਉਹ ਸਹਿਜਧਾਰੀ ਹੋਵੇ, ਚਾਹੇ ਉਹ ਸਿਰੋਂ ਕਲੀਨ ਸ਼ੇਪ ਹੋਵੇ, ਚਾਹੇ ਉਹ ਅੰਮ੍ਰਿਤਧਾਰੀ ਹੋਵੇ, ਇਸ ਟਾਈਮ ਕਿਉਂਕਿ ਪਿਆਰ ਸੰਗਤਾਂ ਦਾ ਬਹੁਤ ਮਿਲ ਰਿਹਾ ਕਿਉਂਕਿ ਅਸੀਂ ਵੀ ਲਗਾਤਾਰ ਸਵੇਰ ਦੇ ਜਿਹੜੇ ਹੈਗੇ ਲਗਾਤਾਰ ਸਵੇਰ ਦੇ ਵੀ ਚੱਲੇ ਕਿਉਂਕਿ ਲਗਾਤਾਰ ਅਪਡੇਟ ਸਿੱਖ ਚੈਨਲ ਦਾ ਫਰਜ਼ ਆ। ਸਿੱਖ ਚੈਨਲ ਆਪਣਾ ਫਰਜ਼ ਨਿਭਾਉਂਦਾ ਹੋਇਆ ਲਗਾਤਾਰ ਹੀ ਤਤਪਰ ਤਤ ਸੇਵਾ ਦੇ ਵਿੱਚ ਲੱਗਾ ਹੋਇਆ ਵਾ। ਖਾਲਸਾ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿੱਦਾਂ ਪ੍ਰਸ਼ਾਸਨ ਦੇ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਕਿਉਂਕਿ ਇਸ ਟਾਈਮ ਨੈਸ਼ਨਲ ਹਾਈਵੇ ਬੰਦ ਹੋਇਆ ਵਾ ਕਿਉਂਕਿ ਸਵੇਰ ਦਾ ਲਗਾਤਾਰ ਰਾਤ ਦਾ ਹੀ ਨੈਸ਼ਨਲ ਹਾਈਵੇ ਬੰਦ ਹੋਇਆ ਵਾ, ਕੋਈ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ? ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਹਾਂ, ਦਸਾਂ ਪਾਤਸ਼ਾਹੀਆਂ ਦੇ ਸਰੂਪ ਹਨ। ਦਾਸ ਨੇ ਤਾਂ ਇੱਥੋਂ ਤੱਕ ਵੀ ਪੜ੍ਹਿਆ ਕਿ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਵੀ ਕੀਤੇ। ਇੰਨਾ ਸਤਿਕਾਰ ਮਹਾਂਪੁਰਸ਼ ਜੀ ਨਾਨਕਸਰ ਵਾਲੇ ਕਰਦੇ ਹੁੰਦੇ ਸੀ। ਇਸ ਕਰਕੇ ਸਾਧ ਸੰਗਤ ਭਾਵੇਂ ਕੋਈ ਮੋਨਾ ਹੈ, ਭਾਵੇਂ ਕੋਈ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੈ, ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿਸ ਨੂੰ ਪਿਆਰ ਹੈ ਉੱਥੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਕੋਟਕਪੁਰੇ ਦੇ ਵਿੱਚ ਭਾਈ ਸੋ ਇਸੇ ਤਰ੍ਹਾਂ ਜਗਜੀਤ ਸਿੰਘ ਜੀ ਜੋ ਪੂਰਨ ਤੌਰ ਤੇ ਵੀ ਹਾਲੇ ਗੁਰਸਿੱਖ ਕਹਿ ਲਈ ਅੰਮ੍ਰਿਤ ਨਹੀਂ ਸੀ ਛਕਿਆ, ਪਰ ਫਿਰ ਵੀ ਉਹਨਾਂ ਦੇ ਅੰਦਰ ਸਤਿਕਾਰ ਇੰਨਾ, ਪ੍ਰੇਮ ਇੰਨਾ ਕਿ ਉਹ ਸ਼ਹਾਦਤ ਦਾ ਜਾਮ ਪੀ ਗਏ। ਕੇਵਲ ਇਹ ਨਹੀਂ ਆਪਾਂ ਕਹਿੰਦੇ ਕਿ ਕਿਸੇ ਪਾਰਟੀ ਦੇ ਨਾਲ ਸਾਡੀ ਵਿਰੋਧਤਾ ਹੈ, ਕਿਉਂਕਿ ਪ੍ਰਸ਼ਾਸਨ ਤੋਂ ਵੱਲੋਂ ਕਿਉਂਕਿ ਇੱਥੋਂ ਸਾਨੂੰ ਇਹ ਵੀ ਮੈਸੇਜ ਦਿਨ ਰਾਤ ਮਿਲ ਰਹੇ ਨੇ ਕਿ ਪੰਜਾਬ ਪੁਲਿਸ ਵਾਲੇ ਵੀਰਾਂ ਨੇ ਵੀ ਸਹਿਯੋਗ ਦਿੱਤਾ, ਦੇਣ ਲੱਗੇ ਨੇ। ਉਹ ਕਹਿੰਦੇ ਸਾਡੇ ਵੀ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ, ਇਸ ਕਰਕੇ ਕਿਉਂਕਿ ਉਹਨਾਂ ਨੂੰ ਜਦੋਂ ਉੱਪਰੋਂ ਆਰਡਰ ਹੁੰਦਾ ਕਹਿੰਦੇ ਅਸੀਂ ਉਸ ਸਮੇਂ ਇਹਨਾਂ ਦੇ ਉੱਤੇ ਅਤਿਆਚਾਰ ਕਰਦੇ ਹਾਂ, ਪਰ ਜਿਹੜੇ ਦਰਦ ਵਾਲੇ ਵੀਰ ਹਨ ਉਹਨਾਂ ਨੇ ਅਸਤੀਫੇ ਦਿੱਤੇ। ਹੁਣੇ ਵੀਰ ਜੀ ਨੂੰ ਮੈਸੇਜ ਆਇਆ ਕਿ ਤਰਨਤਾਰਨ ਦੇ ਵਿੱਚ ਖੰਡੂਰ ਸਾਹਿਬ ਦੇ ਵਿੱਚ ਸਰਕਾਰੀ ਵੱਡੇ ਅਹੁਦੇ ਤੋਂ ਐਮਐਲਏ ਦੇ ਅਹੁਦੇ ਤੋਂ ਸਿੱਕੀ ਵੀਰ ਜੀ ਨੇ ਅਸਤੀਫਾ ਦਿੱਤਾ ਹੈ ਕਿ ਜੇ ਇਹ ਪ੍ਰਸ਼ਾਸਨ ਕੋਈ ਇਹਦੀ ਕਾਰਵਾਈ ਨਹੀਂ ਕਰ ਰਿਹਾ ਤੇ ਮੈਂ ਉਸ ਪ੍ਰਸ਼ਾਸਨ ਨੂੰ ਹਮੇਸ਼ਾ ਲਈ ਉਸ ਤੋਂ ਮੁਕਤ ਹੋਣਾ ਹਾਂ ਤੇ ਮੈਂ ਪੰਥ ਜੋ ਸੰਘਰਸ਼ ਜਾਰੀ ਰੱਖ ਰਿਹਾ ਉਸ ਦੇ ਵਿੱਚ ਮੈਂ ਸ਼ਾਮਲ ਹੋਣਾ। ਇਸ ਕਰਕੇ ਜੋ ਸੰਗਤਾਂ ਨੇ ਮਤੇ ਪਾਏ ਨੇ ਉਹ ਸੰਗਤ ਦੀ ਮਨਜ਼ੂਰੀ ਲੈ ਲਈ ਗਈ ਹੈ। ਪ੍ਰਸ਼ਾਸਨ ਨੇ ਵੀ ਇਹ ਕਿਹਾ ਗਿਆ ਵਾ, ਸੁਨੇਹਾ ਭੇਜੇ ਨੇ ਕਿ ਤੁਹਾਡੀਆਂ ਮੰਗਾਂ ਕੀ ਨੇ। ਜੋ ਸੰਗਤਾਂ ਦੀਆਂ ਮੰਗਾਂ ਸਨ ਉਹ ਸਿੰਘਾਂ ਨੇ ਇੱਥੋਂ ਦੀਆਂ ਸੰਗਤਾਂ ਤੋਂ ਮੰਗਾਂ ਦਾ ਜੋ ਲੈ ਕਰਕੇ ਤੇ ਜੋ ਸਾਡਾ ਹਰੀਕੇ ਸੰਘਰਸ਼ ਇਹ ਜਾਰੀ ਹੈ, ਉੱਥੋਂ ਦੀਆਂ ਸੰਗਤਾਂ ਦੀ ਤੇ ਹੋਰ ਸੰਗਤਾਂ ਦੀ ਸਹਿਮਤੀ ਲੈ ਕਰਕੇ ਉਹ ਜਿਹੜੇ ਮਤੇ ਹਨ ਉਹ ਪ੍ਰਸ਼ਾਸਨ ਨੂੰ ਸੌਂਪਣਗੇ ਤੇ ਜੇ ਉਸ ਮਤਿਆਂ ਦੇ ਉੱਤੇ ਕਾਰਵਾਈ ਹੁੰਦੀ ਹੈ ਫਿਰ ਇਹ ਸੰਘਰਸ਼ ਬਾਰੇ ਸੋਚਿਆ ਜਾਵੇਗਾ। ਪਰ ਉਤਨਾ ਚਿਰ ਇਹ ਸੰਘਰਸ਼ ਜਾਰੀ ਹੈ ਤੇ ਜਾਰੀ ਰਹੇਗਾ। ਇੱਥੋਂ ਦੀਆਂ ਸੰਗਤਾਂ ਦਾ ਬਹੁਤ ਸਹਿਯੋਗ, ਦੂਰ ਦੁਰਾੜਿਓਂ ਸੰਗਤਾਂ ਨੇ ਇਸ ਰੋਡ ਦੇ ਵਿੱਚ ਵੇਖੋ ਪਿੱਛੇ ਕੀਰਤਨ ਹੋ ਰਿਹਾ ਹੈ ਤੇ ਸੋਦਰ ਦੇ ਪਾਠ ਹੋਏ ਹਨ। ਆਰਤੀ ਤੋਂ ਉਪਰੰਤ ਸੰਗਤਾਂ ਕੀਰਤਨ ਕਰ ਰਹੀਆਂ ਹਨ, ਕੀਰਤਨ ਦੇ ਨਾਲ ਜੁੜੀਆਂ ਨੇ। ਕੋਈ ਕਿਸੇ ਪਾਰਟੀਬਾਜ਼ੀ ਦੇ ਖਿਲਾਫ ਬਿਆਨਬਾਜ਼ੀ ਨਹੀਂ ਹੋ ਰਹੀ, ਕੇਵਲ ਤਨ ਦੀ ਖੁਰਾਕ ਭੋਜਨ ਤੇ ਮਨ ਦੀ ਖੁਰਾਕ ਕੀਰਤਨ ਲੈ ਰਹੀਆਂ ਨੇ ਤੇ ਕੇਵਲ ਸਾਡੇ ਨਾਲ ਜੋ ਧੱਕਾ ਹੋ ਰਿਹਾ ਵਾ ਉਸ ਦਾ ਅਸੀਂ ਜਵਾਬ ਪੁੱਛਨੇ ਆ, ਸਾਨੂੰ ਉਹਦਾ ਜਵਾਬ ਦਿੱਤਾ ਜਾਵੇ। ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣੋ। ਖਾਲਸਾ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿਹੜੇ ਮਤਾ ਪਾਸ ਕੀਤਾ ਗਿਆ ਜਾਂ ਇੱਥੋਂ ਦੇ ਸਿੰਘਾਂ ਵੱਲੋਂ ਮਤਾ ਲਿਖਿਆ ਗਿਆ ਵਾ ਉਹ ਮਤਾ ਦੱਸ ਸਕਦੇ ਸੰਗਤਾਂ ਨੂੰ? ਉਹ ਸਿੰਘਾਂ ਨੇ ਜੋ ਮਤਾ ਕੀਤਾ ਹੈ ਉਹ ਸਿੰਘ ਮਤੇ ਲੈ ਕੇ ਗਏ ਹਨ, ਉਸ ਤੋਂ ਉਪਰੰਤ ਉਹ ਮਤਾ ਆਪ ਸੰਗਤਾਂ ਨੂੰ ਜਾਂ ਦੱਸਣਗੇ ਜੋ ਉਹਨਾਂ ਨੇ ਮਤੇ ਪਾਏ ਹਨ। ਠੀਕ ਹੈ ਜੀ, ਕਿਉਂਕਿ ਹਜੇ ਸੰਗਤਾਂ ਦੇ ਜਿਹੜੇ ਸਹਿਮਤੀ ਕਿਉਂਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਉਂਕਿ ਜਥੇਬੰਦੀਆਂ ਵੱਲੋਂ ਵੀ ਅਸੀਂ ਕਹਿ ਲਈਏ ਤੇ ਸੰਗਤ ਰੂਪ ਦੇ ਵਿੱਚ ਬਹੁਤ ਵੱਡੇ ਤਾਦਾਦ ਤੇ ਜਿਹੜਾ ਹਰੀਕਾ ਦਰਿਆ ਹੈਗਾ ਉਹ ਵੀ ਰੋਕਿਆ ਗਿਆ ਵਾ। ਉਸ ਤੋਂ ਬਾਅਦ ਜਿਹੜਾ 3 ਦਰਿਆ ਪੈਂਦੇ ਆ ਲਗਾਤਾਰ ਸੀਲ ਕੀਤੇ ਗਏ, ਕਿਸੇ ਵੀ ਤਰ੍ਹਾਂ ਦੀ ਟੱਸ ਤੋਂ ਮਸ ਜਿਹੜੇ ਲੋਕ ਹੈਗੇ ਉਹ ਨਹੀਂ ਜਾ ਰਹੇ। ਬਿਲਕੁਲ ਮੈਂ ਹੁਣ ਜਿਹੜੇ ਨੌਜਵਾਨ ਸਿੰਘ ਇਸ ਟਾਈਮ ਮੋਰਚਾ ਲਾ ਕੇ ਬੈਠੇ ਹੋਏ ਉਹਨਾਂ ਨਾਲ ਵੀ ਤੁਹਾਡੀ ਗੁਰਫਤਿਹ ਸਾਂਝੀ ਕਰਵਾਉਂਦਾ ਵਾਂ ਤੇ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਆ ਉਹ ਵੀ ਤੁਹਾਡੇ ਨਾਲ ਮੈਂ ਸਰਵ ਕਰਵਾਉਂਦਾ। ਖਾਲਸਾ ਜਿੱਦਾਂ ਕਿ ਭਾਈ ਸਾਹਿਬ ਨੇ ਇਹ ਗੱਲ ਕਹੀ ਆ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਲਗਾਤਾਰ ਜਾਰੀ ਹੈਗੀ ਆ, ਉਹਦੇ ਪਿੱਛੇ ਸਿਕਿਉਰਿਟੀ ਜਿਹੜੀ ਹੈਗੀ ਆ ਨਹੀਂ ਕੀਤੀ ਜਾ ਰਹੀ। ਇਹ ਤੁਸੀਂ ਦੱਸ ਸਕਦੇ ਕਿ ਜਿੱਦਾਂ ਕਿ ਭਾਈ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਇੱਕ ਪਿੰਡ ਵਿੱਚ ਇੱਕ ਹੋਣਾ ਚਾਹੀਦਾ ਵਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਪਿੱਛੇ ਸਿੱਧੀ ਸਰਕਾਰ ਜ਼ਿੰਮੇਵਾਰ ਆ, ਕਿਉਂਕਿ ਜਦੋਂ ਤੋਂ ਇਹ ਕੰਮ ਹੋਇਆ ਵਾ ਇਹਨੂੰ ਤਕਰੀਬਨ 3 ਤੋਂ 4 ਮਹੀਨੇ ਹੋ ਚੁੱਕੇ ਸੀਗੇ।
ਉਦੋਂ ਦਾ ਉਹਨਾਂ ਪਾਪੀਆਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਅਸੀਂ ਇਸ ਤਰ੍ਹਾਂ ਕਰਾਂਗੇ। ਉਸ ਟਾਈਮ ਤੋਂ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਅਗਰ ਸਰਕਾਰ ਨੇ ਉਦੋਂ ਦੀ ਕੋਈ ਕਾਰਵਾਈ ਕੀਤੀ ਹੁੰਦੀ ਤੇ ਅੱਜ ਸਾਨੂੰ ਇਹ ਦਿਨ ਦੇਖਣਾ ਨਾ ਪੈਂਦਾ। ਇਸ ਸਰਕਾਰ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਇਸ ਨੂੰ ਇਹ ਨਹੀਂ ਪਤਾ ਕਿ ਅਜੇ ਤੱਕ ਕੋਈ ਵੀ ਹਮਲਾਵਰ ਇਸ ਹਿੰਦੁਸਤਾਨ ਤੇ ਆਇਆ ਵਾ ਤੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਿੱਖਾਂ ਨੇ ਉਹਦੇ ਅੱਗੇ ਛਾਤੀ ਤਾਣੀ ਆ, ਸਿੱਖਾਂ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਵਾ। ਪਰ ਅੱਜ ਇਹ ਸਰਕਾਰ ਉਹੀ ਸਿੱਖਾਂ ਨੂੰ ਪਿੱਛੇ ਕਰ ਰਹੀ ਹੈ, ਉਹੀ ਸਿੱਖਾਂ ਨੂੰ ਇਗਨੋਰ ਕਰ ਰਹੀ ਹੈ। ਪਰ ਇਸ ਦੇ ਅਗਰ ਇਹ ਕੰਮ ਇਦਾਂ ਚੱਲਦਾ ਰਿਹਾ, ਸਾਡੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਇਹਨਾਂ ਨੇ ਕੀਤਾ ਤੇ ਉਸ ਦੇ ਇਹਨਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਚਾਹੇ ਉਹਦੇ ਲਈ ਇਹਨਾਂ ਨੇ ਸਾਡੇ 1-2 ਸਿੰਘ ਸ਼ਹੀਦ ਵੀ ਕਰ ਦਿੱਤੇ ਨੇ, ਪਰ ਉਹਦੇ ਲਈ ਸਾਡੇ ਹਜ਼ਾਰਾਂ ਸਿੰਘ ਵੀ ਸ਼ਹੀਦ ਕਰ ਦੇਣਗੇ ਤੇ ਅਸੀਂ ਉਹਦੇ ਲਈ ਤਿਆਰ ਹਾਂ। ਇਹਨਾਂ ਦੇ ਮਨ ਵਿੱਚ ਇਹ ਹੋਊਗਾ ਕਿ ਇਹ ਸਿੱਖ ਡਰ ਜਾਣਗੇ, ਪਰ ਇਹ ਸਿੱਖ ਕੌਮ ਐਸੀ ਹੈ ਕਦੇ ਨਹੀਂ ਡਰਨ ਵਾਲੀ। ਇਹ ਹਮੇਸ਼ਾ ਅੱਗੇ ਹਿੱਕ ਤਾਣ ਕੇ ਖੜੀ ਰਹੇਗੀ। ਪਹਿਲਾਂ ਅਸੀਂ ਕੋਈ ਵਾਅਦਾ ਕਰਦੇ ਨਹੀਂ, ਪਰ ਜੇ ਕੋਈ ਸਰਕਾਰ ਅੱਗਿਓਂ ਕਦਮ ਚੁੱਕੇਗੀ ਜਾਂ ਪ੍ਰਸ਼ਾਸਨ ਚੁੱਕੇਗਾ ਤੇ ਅਸੀਂ ਅੱਗਿਓਂ ਉਸ ਤੋਂ ਇਹ ਨਹੀਂ ਹੋਊਗਾ ਕਿ ਚੁੱਪ ਕਰਕੇ ਬੈਠੇ ਰਵਾਂਗੇ, ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ। ਬਿਲਕੁਲ ਸਾਡੇ ਨਾਲ ਹੋਰ ਵੀ ਸਿੰਘ ਜਿਹੜੇ ਜੁੜੇ ਹੋਏ ਨੇ। ਹਾਂਜੀ ਖਾਲਸਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇਸ ਟਾਈਮ ਜਿਹੜੀ ਬੇਅਦਬੀ ਹੋਈ ਆ, ਕੋਈ ਵੀ ਸਿੱਖ ਜਿਹੜਾ ਉਹਨੂੰ ਅਸਾਰ ਨਹੀਂ ਸਕਦਾ, ਕੀ ਕਹਿਣਾ ਚਾਹੁੰਦੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇਹ ਤੇ ਕੋਈ ਵੀ ਸਿੱਖ ਜਿਹੜਾ ਵਾ, ਸਿੱਖ ਲਾ ਲਓ ਜਾਂ ਕੋਈ ਵੀ, ਕਈ ਧਰਮ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਹਰ ਕੋਈ ਮੰਨਦਾ ਹੈ, ਕਿਉਂਕਿ ਸਾਰੇ ਗੁਰੂਆਂ ਦੀ ਵਿੱਚ ਬਾਣੀ ਹੈ, ਇਹਦੇ ਵਿੱਚ ਕੋਈ ਨਹੀਂ ਸਾਰ ਕਰਦਾ। ਮੈਂ ਤੇ ਇਹੋ ਗੱਲ ਕਹਾਂਗਾ ਵੀ ਇਹ ਜਿਹੜੀ ਗੱਲ ਹੋਈ ਬਹੁਤ ਮਾੜੀ ਕੀਤੀ ਆ, ਇਹਨਾਂ ਨੂੰ ਇਹਦਾ ਜਵਾਬ ਦੇਣਾ ਪਊ ਸਰਕਾਰ ਨੂੰ। ਬਿਲਕੁਲ ਸਾਡੇ ਨਾਲ ਸਹਿਜਧਾਰੀ ਸਿੰਘ ਵੀ ਜਿਹੜੇ ਖਲੋਤੇ ਹੈਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ, ਤੁਹਾਡਾ ਜਿਹੜਾ ਮੋਰਚਾ ਤੁਸੀਂ ਲਾ ਕੇ ਬੈਠੇ ਹੋਏ ਜੇ, ਇਹ ਕਦੋਂ ਤੱਕ ਮੋਰਚਾ ਇਦਾਂ ਚੱਲਦਾ ਰਹੇਗਾ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੋਰਚਾ ਉਦੋਂ ਤੱਕ ਲੱਗੇਗਾ ਜਦੋਂ ਤੱਕ ਸਾਡੀਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹਨਾਂ ਜਿਨ੍ਹਾਂ ਨੇ ਇਹ ਕੀਤਾ ਹੈ, ਉਦੋਂ ਇਹ ਜਿਹੜੇ ਫੜੇ ਨਹੀਂ ਜਾਂਦੇ, ਉਦੋਂ ਤੱਕ ਇਹ ਸਾਡੇ ਮੋਰਚੇ ਇਦਾਂ ਹੀ ਲੱਗੇ ਰਹਿਣਗੇ। ਬਿਲਕੁਲ ਇਹ ਤੁਸੀਂ ਦੇਖ ਸਕਦੇ ਕਿ ਭਾਵੇਂ ਬੇਸ਼ੱਕ ਉਹ ਕਟਿੰਗ ਆ, ਪਰ ਜਜ਼ਬਾ ਜਿਹੜਾ ਹੈਗਾ ਗੁਰੂ ਪ੍ਰਤੀ ਪੂਰਾ ਤਤਪਰ ਤੱਤ ਨੇ। ਬਿਲਕੁਲ ਸਾਡੇ ਨਾਲ ਹੁਣ ਕਿਉਂਕਿ ਵੱਖ-ਵੱਖ ਸਿੰਘਾਂ ਦੇ ਅਸੀਂ ਰਹਿ ਲੈਣੀ ਆ। ਹਾਂਜੀ ਖਾਲਸਾ ਜੀ, ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ, ਜਿੱਦਾਂ ਭਾਈ ਸਾਹਿਬ ਨਾਲ ਵੀ ਅਸੀਂ ਗੱਲ ਬੀਤੀ ਆ, ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈਗੀ ਆ ਲਗਾਤਾਰ ਚੱਲਦੀ ਪਈ ਆ। ਕਿਉਂਕਿ ਇੱਕ ਤੇ ਅਸੀਂ ਗੱਲ ਕਰੀਏ 2-3 ਦਿਨ ਪਹਿਲਾਂ ਦੀ ਗੱਲ ਕਰੀਏ, ਕਿਉਂਕਿ ਇਹ ਮੋਰਚਾ ਬਹੁਤ ਪੁਰਾਣਾ ਚੱਲਦਾ ਪਿਆ ਵਾ, ਲਗਾਤਾਰ ਬੇਅਦਬੀ ਜਿਹੜੀ ਹੁੰਦੀ ਪਈ ਆ। ਇਹਦੇ ਪਿੱਛੇ ਉਹ ਕਿਹੜੇ ਲੋਕ ਨੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਨੇ? ਦੇਖੋ ਜੀ, ਪਹਿਲੇ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਜੀ ਗੁਰਮੁਖੋ ਇਸ ਤਰ੍ਹਾਂ ਆ, ਜਦੋਂ ਤੋਂ ਸਿੱਖ ਧਰਮ ਆ ਉਦੋਂ ਤੋਂ ਹੀ ਸਿੱਖਾਂ ਦੇ ਨਾਲ ਇਹ ਵਿਵਰਤਾ ਹੁੰਦੀ ਹੈ। ਜਿਹੜੀ ਆਈ ਰਾਜਨੀਤੀ ਉਹਨੇ ਸਿੱਖ ਧਰਮ ਨੂੰ ਨਪਾਉਣ ਦਾ ਟਾਈਮ ਕੀਤਾ, ਪਰ ਸਿੱਖ ਕੌਮ ਇਹੋ ਜਿਹੀ ਚੀਜ਼ ਆ ਜਿਹੜੀ ਇਹ ਨੱਪ ਨਹੀਂ ਸਕੀ। ਇਹਨੂੰ ਸਿੱਖ ਜਿਉਂ ਸਿੱਖਾਂ ਨਾਲ ਹਰਜਤ ਹੋਊਗੀ, ਧੱਕੇਸ਼ਾਹੀ ਹੋਊਗੀ, ਸਿੱਖ ਉਹਨੇ ਸਾਡੇ ਵੱਧਦੇ ਜਾਣਗੇ। ਕਿਉਂ ਇੱਕ ਜੇ ਵੇਖੋ ਸਾਡੇ ਅੱਜ 8-10 ਦਿਨ ਹੋ ਗਏ ਆ, ਇਹਨਾਂ ਅਜੇ ਤੱਕ ਸਾਡੇ ਕੋਈ ਬੰਦਾ ਨਹੀਂ ਫੜਿਆ ਜਿਹੜਾ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰ ਗਿਆ। ਜੇ ਸਰਕਾਰਾਂ ਹੋਰ ਕੋਈ ਗੱਲ ਕਿਤੇ ਬਾਹਰ ਵਿਦੇਸ਼ਾਂ ਚਲੇ ਜਾ, 5 ਮਿੰਟ ਦੀ 10 ਮਿੰਟਾਂ ਦੇ ਵਿੱਚ ਕੋਈ ਥੋੜੇ ਚਿਰ ਚ ਸਮਾਂ ਫੜ ਕੇ ਤੇ ਉਹਨੂੰ ਲੈ ਆਉਂਦੇ ਆ। ਕੀ ਇਹ ਪਤਾਲ 'ਚ ਚਲੇ ਗਿਆ ਕਿ ਆਕਾਸ਼ 'ਚ ਚਲੇ ਗਿਆ? ਕਿਉਂ ਨਹੀਂ ਫੜੇ ਗਏ? ਜਦ ਤੱਕ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਜਿੰਨਾ ਕੀਤੀ ਆ ਨਹੀਂ ਫੜੇ ਜਾਂਦੇ, ਸਾਡਾ ਇਸੇ ਤਰ੍ਹਾਂ ਹੀ ਸਾਡੇ ਸਿੰਘ ਡਟੇ ਰਹਿਣਗੇ। ਕੋਈ ਨਹੀਂ ਡਰੂਗਾ, ਕੋਈ ਮੌਤ ਤੋਂ ਨਹੀਂ। ਸਿਰ ਤੇ ਖਫੜ ਬੰਨ ਕੇ ਮੈਦਾਨ 'ਚ ਉਤਰੇ ਆ, ਕੋਈ ਇਹ ਸਾਡਾ ਸਿੱਖ ਨਹੀਂ ਗਾ। ਅਸੀਂ ਇਹਨਾਂ ਵੀਰਾਂ ਭਰਾਵਾਂ ਦੇ ਗਾੜੀ ਬੇਨਤੀ ਕਰਦੇ ਹਾਂ, ਜਿੰਨਾ ਅੱਜ ਭਾਵੇਂ ਕੇਸ ਕੱਟੇ ਆ, ਸਾਡੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਆ, ਪਰ ਇਹਨਾਂ ਨੂੰ ਬੇਨਤੀ ਇੱਕ ਜ਼ਰੂਰ ਕਰੂੰਗਾ, ਸਿੱਖੀ ਸਰੂਪ 'ਚ ਆਓ, ਸਾਨੂੰ ਸਿੱਖੋ। ਤੁਹਾਨੂੰ ਜੇ ਇਹ ਸਮਾਂ ਰਿਹਾ ਸਿੱਖਾਂ ਦਾ ਨਾਮੋ ਨਸ਼ਾ ਇਹ ਮਿਟਾਉਣ ਦਾ ਕਰਦੇ ਆ, ਪਰ ਇਹ ਸਿੱਖ ਨਹੀਂ ਮਿਟਣਗੇ। ਸਿੱਖਾਂ ਦੀ ਚੜ੍ਹਦੀ ਕਲਾ ਰੂ ਸਿੱਖ ਜਿੰਨਾ ਚਿਰ ਸਿੱਖ ਕਰਦੇ ਵਾਧੇ ਚੱਲਦੇ ਰਹਿਣਗੇ। ਇੰਨੀਆਂ ਬੇਨਤੀਆਂ ਕਰਦਾ ਬੋਲਦਾ। ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ ਜੀ, ਅਸੀਂ ਵੀ ਅਪੀਲ ਕਰਦੇ ਜਿਹੜੇ ਸਹਿਜਧਾਰੀ ਸਿੰਘ ਹੈਗੇ ਆ, ਉਹ ਕਿਉਂਕਿ ਸਿੱਖੀ ਸਰੂਪ ਦੇ ਵਿੱਚ ਹੋਣ, ਕਿਉਂਕਿ ਸਿੱਖਾਂ ਦੀ ਜਿਹੜੀ ਹੈਗੀ ਬਹੁਤ ਲੋੜ ਹੈਗੀ ਮੋਰਚਿਆਂ ਦੇ ਵਿੱਚ। ਹੁਣ ਮੇਰੇ ਨਾਲ ਬਲਵੀਰ ਸਿੰਘ ਮੁੱਛਲ ਜੋ ਕਿ ਸਤਿਕਾਰ ਕਮੇਟੀ ਦੇ ਜਿਹੜੇ ਮੁੱਖ ਸੇਵਾਦਾਰ ਨੇ, ਕਿਉਂਕਿ ਜਿੱਥੇ ਵੀ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ, ਖਾਸ ਤੌਰ ਤੇ ਇਹ ਸਿੰਘ ਜਿਹੜੇ ਹੈਗੇ ਆ ਆਪ ਵੀ ਪਹੁੰਚਦੇ ਨੇ ਤੇ ਆਪ ਜੀ ਦੇ ਜਿਹੜੇ ਇਹਨਾਂ ਦੇ ਸੇਵਾਦਾਰ ਹੈਗੇ ਨਾਲ ਸਿੰਘ ਹੈਗੇ ਉਹ ਵੀ ਪਹੁੰਚਦੇ ਨੇ।
ਬਲਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੇ ਗੁਰਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਜੀ, ਜਿੱਦਾਂ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, ਕਿਉਂਕਿ ਉੱਤੇ ਲਗਾਤਾਰ ਹੀ ਅਪਡੇਟ ਸਿੱਖ ਚੈਨਲ ਤੇ ਚੱਲਦੀ ਹੀ ਪਈ ਆ, ਲਗਾਤਾਰ ਹੀ ਸਿੱਖ ਚੈਨਲ ਦਾ ਫਰਜ਼ ਆ ਕਿ ਜਿਹੜਾ ਉਹ ਅਪਡੇਟ ਦੇਣੀ। ਜਿਹੜਾ ਮੋਰਚਾ ਉਸ ਟਾਈਮ ਸੀ, ਤੁਸੀਂ ਉਸ ਟਾਈਮ ਉੱਥੇ ਸੀ, ਕੀ ਹੋਇਆ ਸੀ ਉਸ ਟਾਈਮ? ਉਸ ਸ਼ਹਿਰ ਦੇ ਵਿੱਚ ਕੋਟਕਪੂਰੇ ਜਪਜੀ ਸਾਹਿਬ ਦਾ ਨਿਤਨੇਮ ਕਰ ਲਿਆ ਸੀ। ਜਾਪ ਸਾਹਿਬ ਦੀ ਗੁਰਬਾਣੀ ਦਾ ਜਾਪ ਆਰੰਭ ਹੋਇਆ, ਕੁਝ ਸ਼ਬਦ ਪੜ੍ਹੇ ਗਏ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਗੁਰਬਾਣੀ ਦਾ ਨਿਤਨੇਮ ਕਰ ਰਿਹਾ ਸੀ ਤੇ ਸਾਰੇ ਜਿੰਨੇ ਵੀ ਉੱਥੇ ਗੁਰੂ ਨਾਨਕ ਨਾਮ ਸਿੱਖ, ਕੋਈ ਮਹਾਂਪੁਰਸ਼, ਕੋਈ ਸੰਤ, ਕੋਈ ਪ੍ਰਚਾਰਕ ਬੈਠੇ ਸਨ। ਪ੍ਰਸ਼ਾਸਨ ਨੇ ਇੱਕਦਮ ਆਣ ਕੇ ਜਦੋਂ ਖਿੱਚ ਧੂ ਕਰਨੀ ਸ਼ੁਰੂ ਕਰ ਦਿੱਤੀ, ਲਾਠੀ ਚਾਰਜ ਸ਼ੁਰੂ ਕਰਤੀ, ਡਾਂਗਾ ਵੜਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਸਿੰਘਾਂ ਦੇ ਕੋਲ ਵੀ ਨਹੀਂ ਰਹਿ ਗਿਆ। ਸਿੰਘਾਂ ਨੇ ਵੀ ਜਿੰਨਾ ਕੁ ਆਪਣਾ ਸਤਿਗੁਰੂ ਨੇ ਉਹਨਾਂ ਨੂੰ ਬਲ ਬਖਸ਼ਿਆ ਸੀ, ਸਤਿਗੁਰੂ ਜੀ ਨੇ ਉਹਨਾਂ ਕੋ ਵੀ ਵਰਤਿਆ, ਪਰ ਪ੍ਰਸ਼ਾਸਨ ਨੇ ਫਿਰ ਸਿੱਧੀਆਂ ਗੋਲੀਆਂ, ਪੌਣਾ ਘੰਟਾ ਹਵਾਈ ਫੈਲ। ਮੈਂ ਕੋਈ ਝੂਠ ਨਹੀਂ, ਕੋਈ ਪ੍ਰਸ਼ਾਸਨ ਨੂੰ ਮਾੜਾ ਕਹਿੰਦੇ, ਜੋ ਉੱਥੇ ਸੱਚਾਈ ਹੈ। ਕੁਝ ਦੇਖਿਆ ਗਿਆ, ਵੀਡੀਓ ਵਿੱਚ ਸਭ ਕੁਝ ਦੇਖਿਆ ਗਿਆ। ਪੌਣਾ ਘੰਟਾ ਪ੍ਰਸ਼ਾਸਨ ਨੇ ਹਵਾਈ ਫੈਲ ਤੇ ਸਿੱਧੀਆਂ ਗੋਲੀਆਂ ਮਾਰ ਕੇ, ਪਤਾ ਹੀ ਹੈ ਕਿ ਜਿਹੜੇ ਸਿੰਘ ਸ਼ਹੀਦ ਹੋਏ ਗੋਲੀ ਦੇ ਨਾਲ ਹੋਏ, ਪ੍ਰਸ਼ਾਸਨ ਦੀ ਗੋਲੀ ਨਾਲ ਹੋਇਆ। ਲੱਤਾਂ 'ਚ ਗੋਲੀਆਂ ਮਾਰੀਆਂ ਗਈਆਂ। ਫਿਰ ਐਸੇ ਬਜ਼ੁਰਗ ਸਾਡੇ ਨਾਲ, ਇੱਕ ਅੱਖਾਂ ਤੋਂ ਨਿਧਾਨ ਨਿਹੰਗ ਸਿੰਘ ਗਿਆ, ਉਹਦਾ ਲਿਹਾਜ਼ ਵੀ ਨਹੀਂ ਕਿਸੇ ਨੇ ਕੀਤਾ ਕਿ ਇਹ ਅੱਖਾਂ ਤੋਂ ਨਿਧਾਨ ਵਾ। ਉਹ 'ਤੇ ਵੀ ਲਾਠੀ ਚਾਰਜ ਬਹੁਤ ਕੀਤੀ, ਬੜੇ ਜ਼ਖਮ ਹੋਏ ਉਹਦੇ ਸਰੀਰ ਤੇ। ਭਾਵ ਕਿ ਜਦੋਂ ਪਾਣੀ ਦੀ ਵਾਛੜ ਕੀਤੀ ਗਈ, ਪਾਣੀ ਵਿੱਚ ਹੀ ਕੋਈ ਕੈਮੀਕਲ ਪਾਇਆ ਸੀ, ਜੇ ਇਹਦੇ ਮੂੰਹ ਤੇ ਜਾਂ ਸਰੀਰ ਤੇ ਪੈਂਦਾ ਸੀ ਉਹ ਸਾੜ ਪੈਣਾ ਸ਼ੁਰੂ ਹੋ ਜਾਂਦਾ ਸੀ, ਕਿ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਸੀ। ਅਸੀਂ ਇਹ ਵੇਖਿਆ ਕਿ ਇਹ ਜਿਹੜਾ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਨਿਹੱਥਿਆਂ ਦੇ ਗੋਲੀਆਂ ਚਲਾ ਕੇ ਛੋਟੇ ਛੋਟੇ ਬੱਚੇ ਖੂਹ ਪੂਰ ਦਿੱਤਾ ਸੀ। ਉਹ ਅੱਜ ਫਿਰ ਬਾਬਰ ਨੇ, ਜਿਹੜੀ ਬਾਦਲ ਦੀ ਸਰਕਾਰ ਹੈ, ਉਹਦਾ ਸਮੈਦ ਸੈਣੀ ਜਿਹੜਾ ਇੱਕ ਮੁਖੀ ਪੁਲਿਸ ਦਾ ਬਣਾਇਆ, ਉਹ ਇੱਕ ਗਰਾਊਂਡ ਵਿੱਚ ਬਹਿ ਕੇ ਇਹ ਕੰਮ ਕਰਵਾਇਆ ਗਿਆ। ਉੱਥੇ ਮੌਜੂਦਾ ਸਾਰੇ ਅਫਸਰ ਸਨ। ਸਾਡੀ ਇਹ ਮੰਗ ਵਾ ਕਿ ਜੇਕਰ ਅਸੀਂ ਕੋਈ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਆ ਤੇ ਪ੍ਰਸ਼ਾਸਨ ਸਾਡੇ ਦੇ ਕਾਨੂੰਨੀ ਧਾਰਾ ਕੋਲੋਂ ਲਾ ਕੇ ਸਾਨੂੰ ਹੱਥ ਘੜੀਆਂ ਲਾ ਕੇ ਜੇਲ੍ਹ 'ਚ ਭੇਜ ਦਿੰਦੇ ਆ, ਤੇ ਜਿਹੜੇ ਕਾਨੂੰਨ ਦੇ ਰਖਵਾਲੇ ਜਿਨ੍ਹਾਂ ਨੇ ਆਪਣੀ ਵਰਦੀ ਤੇ ਇਹ ਲਿਖਿਆ ਹੈ ਸ਼ੁਭ ਕਾਰ ਮੰਨਤੇ ਕਬੂਨ ਹਟਾਰੋਂ, ਉਹੋ ਹੀ ਜੇ ਕਾਨੂੰਨ ਦੀ ਲੰਘਣਾ ਕਰਨ ਤੇ ਉਹਨਾਂ ਦੇ ਧਾਰਾ ਵੀ ਤੇ ਸਜ਼ਾ ਵੀ ਅਦਾਲਤ ਵੱਲੋਂ ਵੱਧ ਬਣਦੀ ਆ। ਪਰ ਅਜੇ ਤੱਕ ਉਹਨਾਂ ਦੇ ਉੱਤੇ ਕੋਈ FIR ਦਰਜ ਨਹੀਂ ਕੀਤੀ ਗਈ। ਪ੍ਰਸ਼ਾਸਨ ਦੇ ਉੱਤੇ ਜਿਨ੍ਹਾਂ ਨੇ ਪਹਿਲਾਂ ਤੇ ਸਭ ਤੋਂ ਉਹਨਾਂ ਦੀ ਇਹ ਨਲਾਇਕੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ 5 ਮਹੀਨੇ ਜਿਹੜੇ ਚੋਰੀ ਕੀਤੇ ਗਏ, ਫਿਰ ਉਹਨਾਂ ਨੇ ਉਸ ਪਾਪੀ ਨੇ, ਦੁਸ਼ਟਾਂ ਨੇ ਲਿਖ ਕੇ ਧਮਕੀਆਂ ਦਿੱਤੀਆਂ ਗਈਆਂ, ਬੋਰਡ ਵੀ ਲਾਏ ਗਏ ਕਿ ਇਹ ਇੰਨੀ ਤਰੀਕ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਕੱਲਾ ਕੱਲਾ ਅੰਗ ਕਰਕੇ ਬਾਜ਼ਾਰਾਂ ਵਿੱਚ ਖਿਲਾਰਿਆ ਜਾਣਾ ਵਾ। ਪ੍ਰਸ਼ਾਸਨ ਕੁੰਭ ਦੀ ਨੀਂਦੇ ਸੁੱਤੀ ਸੀ, ਜਿਹਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ। ਫਿਰ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੁਝ ਜਿਹੜੇ 120 ਅੰਗ ਮਹਾਰਾਜ ਦੇ ਪ੍ਰਾਪਤ ਹੋਏ ਆ, ਤੇ ਜਿਹੜਾ ਬਾਕੀ ਸਤਿਗੁਰੂ ਜੀ ਦਾ ਸਰੀਰ ਦਾ ਹਿੱਸਾ, ਧੰਨ ਗੁਰੂ ਗ੍ਰੰਥ ਸਾਹਿਬ ਦੇਹ ਦਾ ਹਿੱਸਾ, ਉਹ ਅਜੇ ਤੱਕ ਪ੍ਰਸ਼ਾਸਨ ਪ੍ਰਾਪਤ ਨਹੀਂ ਕਰ ਸਕੀ। ਉਹਨੇ 10 ਲੱਖ ਰੁਪਇਆ ਨਾਮ ਵੀ ਦੋਖੀ ਨੇ, ਗੁਰੂ ਘਰ ਦੇ ਦੋਖੀ ਨੇ ਰੱਖਿਆ ਸੀ ਕਿ ਜਿਹੜਾ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਲੱਭ ਲਵੇ, ਪ੍ਰਾਪਤ ਕਰ ਲੇ, ਉਹਨੂੰ 10 ਲੱਖ ਰੁਪਇਆ ਸਲਾਮਤਪੁਰ ਡੇਰੇ ਵੱਲੋਂ ਦਿੱਤਾ ਜਾਊਗਾ। ਹੁਣ ਇਹ ਜਿਹੜੀਆਂ ਅੱਜ ਫੇਰ ਲੁਧਿਆਣੇ ਦੇ ਲਾਗੇ ਪਿੰਡ ਘਵੱਦੀ ਉੱਥੇ ਹੋਇਆ, ਬਾਠ ਪਿੰਡ ਵਿੱਚ ਵੀ ਨਰਾਦਰ ਹੋਇਆ, ਇਹ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾ ਰਿਹਾ। ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਾਡੀ ਨਲਾਇਕੀ ਸਾਡੀ ਵੀ ਹੈ, ਸਾਡੀਆਂ ਕਮਜ਼ੋਰੀਆਂ ਵਾ। ਅਸੀਂ ਕੌਮ ਦੀ ਨੀਂਦੇ ਸੁੱਤੇ ਪਏ ਆ, ਵੇਸਲੇ ਹੋ ਚੁੱਕੇ ਆ। ਸ਼੍ਰੋਮਣੀ ਕਮੇਟੀ ਜਿਹੜੀ ਇੱਕ ਪ੍ਰੈਸ ਲਾ ਕੇ ਧੜਾ ਧੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹੀ ਆ, ਉੱਥੇ ਵੀ ਪਾਬੰਦੀ ਲਾ ਦੇਣੀ ਚਾਹੀਦੀ ਆ। ਪਾਬੰਦੀ ਲਾਉਣ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੋਰ ਵੱਧ ਸਕਦਾ ਵਾ, ਕਿਉਂਕਿ ਜਿਹੜੀ ਚੀਜ਼ ਪ੍ਰਾਪਤ ਨਹੀਂ ਹੋ ਰਹੀ, ਮਿਲ ਨਹੀਂ ਰਹੀ, ਉਹਦਾ ਸਤਿਕਾਰ ਸਾਡੇ ਅੰਦਰ ਵੱਧ ਜਾਣਾ ਕਿ ਇਹ ਪ੍ਰਾਪਤ ਨਹੀਂ ਹੋਣੀ। ਕੁਝ 2 ਅੰਗ 3 ਅੰਗ ਬਿਰਧ ਹੋ ਜਾਂਦੇ ਨੇ ਤੇ ਅਸੀਂ ਉਸੇ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਗੋਂਦਵਾਲ ਸਾਹਿਬ ਲੈ ਕੇ ਚੱਲ ਜਾਂਦੇ ਆ, ਉੱਥੇ 1100 ਰੁਪਇਆ ਭੇਟਾ ਦੇ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਉਂਦੇ ਆ। ਦੂਸਰਾ ਇਹ ਹੈ ਕਿ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਰਾਦਰ ਜੋਧਪੁਰ ਹੋਇਆ, ਇਹ ਆਪਣੇ ਮਾਫੀ ਦੇਣੀ ਕੋਟਕਪੂਰੇ ਦੇ ਵਿੱਚ, ਉਹ ਬਹੁਤ ਹੀ ਪ੍ਰਸ਼ਾਸਨ ਦੀਆਂ ਨਲਾਇਕੀਆਂ ਦੇ ਨਾਲ ਹੋਇਆ। ਪ੍ਰਸ਼ਾਸਨ ਦੀਆਂ ਨਲਾਇਕੀਆਂ ਦੇ ਨਾਲ ਫਿਰ ਸਿੰਘ ਵੀ ਸ਼ਹੀਦ ਹੋਏ, ਜ਼ਖਮੀ ਹੋਏ। ਅਸੀਂ ਮੰਗ ਕਰਦੇ ਹਾਂ ਖਾਲਸਾ ਜੀ, ਜਿੱਦਾਂ ਕਿ ਸਿੰਘ ਜਿਹੜੇ, ਕਿਉਂਕਿ ਮੰਗਾਂ ਰੱਖੀਆਂ ਜਾ ਰਹੀਆਂ ਵਾ ਕਿ ਸਿੰਘਾਂ ਨੂੰ ਰਿਹਾਈ ਦੇ ਦਿੱਤੀ ਜਾਵੇ, ਸਾਰੇ ਦੇ ਜਿਹੜੇ ਪਰਚੇ ਉਹ ਵਾਪਸ, ਕਿਉਂਕਿ ਸੁਖਬੀਰ ਸਿੰਘ ਬਾਦਲ ਵੱਦਾ ਇਹ ਬਿਆਨ ਸੀ ਕਿ ਉਹਨਾਂ ਦੇ ਜਿਹੜੇ ਪਰਚੇ ਵਾਪਸ ਲਏ ਜਾਣ। ਕਿੰਨੇ ਕੁ ਸਿੰਘ ਜਿਹੜੇ ਹਜੇ ਤੱਕ ਰਿਹਾਅ ਕੀਤੇ ਤੇ ਕਿੰਨੇ ਸਿੰਘ ਹਜੇ ਤੱਕ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ?
ਜਿਹੜੇ ਸਿੰਘ ਰਿਹਾ ਵਾਲੀ ਗੱਲ ਆ, ਕਿਉਂਕਿ ਮੈਂ ਉਧਰ ਜੇ ਇੱਧਰ ਹੀ ਮੋਰਚੇ 'ਚ ਲੱਗੇ ਆ, ਕਿਉਂਕਿ ਅੱਜ ਵੀ ਅਸੀਂ ਰੋਸ ਮਾਰਚ ਪਿੰਡਾਂ ਵਿੱਚੋਂ ਸੰਗਤਾਂ ਨੂੰ ਬੇਨਤੀਆਂ ਕਰਕੇ ਇੱਥੇ ਸੰਗਤਾਂ ਨੂੰ ਕਿਹਾ ਪਹੁੰਚੋ ਰਾਤ ਦੇ ਸਮੇਂ, ਕੋ ਰਾਤ ਨੂੰ ਸੰਗਤ ਘਟ ਜਾਂਦੀ ਆ, ਦਿਨੇ ਬਹੁਤ ਸੰਗਤਾਂ ਆਈਆਂ ਵਾ। ਤੇ ਮੈਨੂੰ ਉਹ ਬਾਰੇ ਅਜੇ ਨਹੀਂ, ਕਿਉਂਕਿ ਬਿਆਨ ਆਇਆ ਵਾ ਅਖਬਾਰ ਦੇ ਵਿੱਚ, ਟੀਵੀਆਂ ਦੇ ਚੱਲਿਆ ਵਾ ਕਿ ਜਿਹੜੇ ਪਰਚੇ ਉਹ ਖਾਰਜ ਕੀਤੇ ਜਾਣ, ਪਰ ਖਾਰਜ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਉਹਨਾਂ ਨੂੰ ਪ੍ਰਸ਼ਾਸਨ ਨੇ ਕਬਜ਼ੇ 'ਚ ਲੈ ਕੇ ਥਾਣੇ ਬੰਦ ਕੀਤਾ। ਮੈਂ ਬਾਬਾ ਨਿਹੰਗ ਜਿਹੜੇ ਸਾਡੇ ਨਾਲ ਮਹਾਕਾਲ ਸਿੰਘ ਨਿਹੰਗ ਆਖੋ ਤੇ ਉਹਨਾਂ ਨਾਲ ਤੁਹਾਡੀ ਹੁਣੇ ਮੈਂ ਗੱਲ ਕਰਵਾ ਦੇਵਾਂ, ਉਹਨਾਂ ਨੂੰ ਪੁੱਛ ਲਓ ਕਿ ਪ੍ਰਸ਼ਾਸਨ ਦੀ ਸ਼ਬਦਾਵਲੀ ਜਿਹੜੀ ਏਡੀ ਗੰਦੀ ਸੀ, ਪੰਥਪ੍ਰੀਤ ਵਰਗਿਆਂ ਨੂੰ ਤੇ ਗੁਰਸਿੱਖਾਂ ਨੂੰ ਨਿਤਨੇਮ ਕਰਨ ਵਾਲਿਆਂ ਨੂੰ ਬੋਲੀ ਆ ਬੱਸਾਂ ਦੇ ਵਿੱਚ ਤੇ ਥਾਣਿਆਂ ਦੇ ਵਿੱਚ, ਮੈਂ ਦੱਸ ਨਹੀਂ ਸਕਦਾ। ਕਾਰਨ ਇਹ ਆ ਕਿ ਇਹ ਪ੍ਰਸ਼ਾਸਨ ਦੀ ਇਹਨਾਂ ਨੂੰ ਸ਼ਹਿ ਆ, ਪਰ ਆਪਾਂ ਜਾਂ ਅੱਜ ਸਿੱਖ ਕੌਮ ਇਕੱਠੀ ਹੋ ਜਾਵੇ ਤੇ ਇਹਨਾਂ ਦੇ ਕੋਲੋਂ, ਕਿਉਂਕਿ ਕਾਨੂੰਨ ਦੀ ਰਾਖੀ ਕਰਨ ਵਾਲੇ ਕਾਨੂੰਨ ਦੀ ਉਲੰਘਣਾ ਕਰਨ ਤੇ ਉਹਨਾਂ ਨੂੰ ਸਜ਼ਾ ਜਾਰੀ ਦਵਾ ਸਕਦੇ ਆ ਤੇ ਅਦਾਲਤਾਂ ਦਾ ਫਰਜ਼ ਵਾ। ਤੇ ਇਹ ਮੇਰੀ ਮੰਗ ਵਾ ਕਿ ਇਹਨਾਂ ਨੂੰ ਦੋਸ਼ੀਆਂ ਨੂੰ ਗੁਰੂ ਘਰ ਦੇ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਜ਼ਖਮੀ ਕੀਤਾ ਸਿੰਘਾਂ ਨੂੰ, ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ। ਜੀ ਸਾਨੂੰ ਇੱਕ ਤੇ ਪਾਰਟੀਬਾਜ਼ੀ ਤੋਂ ਜਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਨਗਰ ਦੇ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਜ਼ਰੂਰੀ ਚਾਹੀਦਾ, ਕਿਉਂਕਿ ਜੇ ਸਾਡੇ ਕੋਲ ਇੱਕ ਗੁਰਦੁਆਰਾ ਸਾਹਿਬ ਹੋਊਗਾ ਉਹਦੀ ਅਸੀਂ ਸਾਂਭ ਸੰਭਾਲ ਤੇ ਅਸੀਂ ਜ਼ਿੰਮੇਵਾਰੀ ਆ ਜਿਹੜੀ ਉਹਦੀ ਪਹਿਰੇ ਦੀ ਜ਼ਿੰਮੇਵਾਰੀ ਆ ਉਹ ਸੌਖੇ ਤਰੀਕੇ ਦੇ ਨਾਲ ਨਿਭਾ ਸਕਦੇ ਆ ਤੇ ਨਾਲੇ ਸੰਗਤਾਂ ਦਾ ਜਿਹੜਾ ਵਾ ਵੱਧ ਖਿਆਲ ਰਹੂਗਾ, ਕਿਉਂਕਿ ਅਸੀਂ ਜਾਤ ਪਾਤ ਦੇ ਵਿੱਚ ਆਣ ਕੇ ਛੋਟੇ ਛੋਟੇ ਗੁਰਦੁਆਰੇ ਮਹੱਲਿਆਂ ਦੇ ਵਿੱਚ ਵੱਖੋ ਵੱਖਰੇ ਥਾਵਾਂ ਤੇ ਅਸੀਂ ਬਣਾਉਂਦੇ ਆ ਤੇ ਕਿਉਂ ਉੱਥੇ ਸਾਡਾ ਪ੍ਰਬੰਧ ਨਹੀਂ ਹੈਗਾ। ਕਈਆਂ ਥਾਵਾਂ ਤੇ ਗ੍ਰੰਥੀ ਸਿੰਘ ਦਾ ਪ੍ਰਬੰਧ ਨਹੀਂ ਹੈਗਾ, ਕਈਆਂ ਥਾਵਾਂ ਤੇ ਪੂਰਾ ਪ੍ਰਬੰਧ, ਤਾਲੇ ਨਹੀਂ ਲੱਗਦੇ, ਚਾਰ ਦੀਵਾਰੀ ਨਹੀਂ ਹੈਗੀ, ਉੱਥੇ ਜਿਹੜਾ ਗੁਰੂ ਮਹਾਰਾਜ ਦਾ ਸਿਕਿਉਰਿਟੀ ਵਾਸਤੇ ਜਾਂ ਜਿਹੜਾ ਕੋਈ ਸੇਵਾਦਾਰ ਆ ਉਹ ਉੱਥੇ ਹਾਜ਼ਰ ਨਹੀਂ ਹੁੰਦਾ। ਤਾਂ ਕਰਕੇ ਇਹ ਸਾਡੀ ਜਿਹੜੀਆਂ ਘਟਨਾਵਾਂ ਵੱਧ ਹੋ ਰਹੀਆਂ, ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੋ ਗਿਆ, ਕੌਣ ਕਰ ਗਿਆ, ਤੇ ਇਹਦੇ ਜ਼ਿੰਮੇਵਾਰ ਕੁਝ ਅਸੀਂ ਹੀ ਹੈਗੇ ਆ। ਸਾਨੂੰ ਇਹ ਜ਼ਿੰਮੇਵਾਰੀਆਂ ਜਿਹੜੀਆਂ ਵਾ ਬਿਲਕੁਲ ਨਿਭਾਉਣੀਆਂ ਚਾਹੀਦੀਆਂ ਕਿ ਅਸੀਂ ਪਿੰਡ ਦੇ ਮਹੱਲੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਪਾਰਟੀਬਾਜ਼ੀ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਹੀ ਗੁਰਦੁਆਰਾ ਸਾਹਿਬ ਗੁਰੂ ਘਰ ਬਣਾਉਣਾ ਚਾਹੀਦਾ। ਬਿਲਕੁਲ ਭਾਈ ਸਾਹਿਬ ਸਾਡੇ ਕੋਲ ਜੰਗ ਸਿੰਘ ਬਿਲਕੁਲ ਹੈਗੇ ਆ, ਬਿਲਕੁਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਜਿੱਦਾਂ ਭਾਈ ਸਾਹਿਬ ਜੀ ਅਸੀਂ ਗੱਲ ਕਰ ਲਈਏ ਕਿ ਗ੍ਰੰਥੀ ਸਿੰਘ ਗੁਰੂ ਘਰ ਇੱਕ ਹੋਣਾ ਚਾਹੀਦਾ ਵਾ, ਤੁਹਾਨੂੰ ਨਹੀਂ ਲੱਗਦਾ ਕਿ ਜੇ ਗੁਰੂ ਘਰ ਇੱਕ ਹੋਣਾ ਚਾਹੀਦਾ ਤੇ ਸਾਡਾ ਗ੍ਰੰਥੀ ਸਿੰਘ ਵੀ ਉੱਚਾ ਸੁੱਚੇ ਜੀਵਨ ਵਾਲਾ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ, ਗ੍ਰੰਥੀ ਸਿੰਘ ਵੀ ਉੱਚੇ ਜੀਵਨ ਵਾਲਾ ਹੋਣਾ ਚਾਹੀਦਾ। ਤੇ ਇੱਕ ਗੱਲ ਹੋਰ ਆ ਵੀ ਗ੍ਰੰਥੀ ਸਿੰਘ ਜਦੋਂ ਇੱਕ ਹੋਏਗਾ ਤਾਂ ਉਸਦੀ ਜੋ ਸੈਲਰੀ ਦਾ ਮਾਮਲਾ ਉੱਠ ਰਿਹਾ ਸੀ ਉਹ ਵੀ ਹਰ ਪਿੰਡ 'ਚੋਂ ਪੂਰੀ ਉਸ ਨੂੰ ਮਿਲੇਗੀ, ਇਹਦੇ ਨਾਲ ਵੀ ਇਹ ਫਰਕ ਪਵੇਗਾ। ਤੇ ਗੁਰੂ ਘਰ ਜੇ ਇੱਕ ਹੋਏਗਾ ਤਾਂ ਗ੍ਰੰਥੀ ਸਿੰਘ ਵੀ ਉਹਦੀ ਇੱਕ ਹੀ ਹੋਏਗਾ ਤੇ ਉੱਚੇ ਜੀਵਨ ਵਾਲਾ ਹੋਏਗਾ। ਬਿਲਕੁਲ ਸਾਨੂੰ ਹਮੇਸ਼ਾ ਮਾਮਲੇ ਜਿੱਦਾਂ ਬਲਬੀਰ ਸਿੰਘ ਵੀ ਮਾਮਲੇ ਸਾਨੂੰ ਦੱਸਦੇ ਰਹਿੰਦੇ ਨੇ, ਸਿੰਘ ਵੀ ਸਾਨੂੰ ਮਾਮਲੇ ਦੱਸਦੇ ਰਹਿੰਦੇ ਨੇ। ਜਦੋਂ ਇੱਕ ਗੁਰੂ ਘਰ ਹੋਊਗਾ ਤੇ ਇੱਕ ਗ੍ਰੰਥੀ ਸਿੰਘ ਹੋਊਗਾ, ਉੱਚਾ ਸੁੱਚਾ ਉਹਦਾ ਜੀਵਨ ਹੋਊਗਾ ਤੇ ਅਸੀਂ ਉਹਦੀ ਲੋੜ ਅਨੁਸਾਰ ਜਿਹੜੀ ਮਾਇਆ ਹੈਗੀ ਇਹਨੂੰ ਸਾਨੂੰ ਫਰਜ਼ ਹੈਗਾ ਦੇਣਾ, ਕਿਉਂਕਿ ਅਸੀਂ ਆਪਣੇ ਘਰ ਨੂੰ ਦੇਖੀ ਕਿ ਸਾਡੇ ਘਰ ਦਾ ਕਿੰਨਾ ਖਰਚਾ ਹੈਗਾ ਵਾ। ਜੇ ਸਾਡਾ ਆਪਣੇ ਘਰ ਦਾ ਇੰਨਾ ਖਰਚਾ ਤਾਂ ਮਤਲਬ ਗੁਰੂ ਘਰ ਦੇ ਗ੍ਰੰਥੀ ਦਾ ਵੀ ਉਹਨਾਂ ਖਰਚਾ ਹੋ ਸਕਦਾ ਵਾ। ਜੇ ਉੱਚੇ ਸੁੱਚੇ ਜੀਵਨ ਵਾਲਾ ਹੋਊਗਾ ਤੇ ਤਾਂ ਦੀ ਉਹ ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ, ਸਾਡੇ ਜਿਹੜਾ ਯੂਥ ਹੈਗਾ ਗੁਰੂ ਘਰ ਵਿੱਚ ਜਾਊਗਾ ਤੇ ਉਹਨੂੰ ਜਿਹੜਾ ਬਾਣੀ ਪ੍ਰਤੀ ਜੋੜੂਗਾ। ਬਿਲਕੁਲ ਠੀਕ ਹੈ ਨਾ ਜੀ ਇਹ ਗੱਲ? ਇਹ ਠੀਕ ਆ ਗੱਲ। ਹਰੇਕ ਪਿੰਡ 'ਚ ਜਿਵੇਂ ਉੱਚੇ ਸੁੱਚੇ ਜੀਵਨ ਵਾਲਾ ਹੋਏਗਾ ਉਹ ਗਾਹਾਂ ਬੱਚਿਆਂ ਨੂੰ ਸੰਥਿਆ ਵੀ ਦੇਵੇਗਾ, ਉਹਨਾਂ ਦਾ ਵੀ ਜੀਵਨ ਬਣੇਗਾ ਤੇ ਹਰੇਕ ਪਿੰਡ 'ਚ ਪ੍ਰਚਾਰ ਵੀ ਕਰੇਗਾ ਵਧੀਆ ਢੰਗ ਨਾਲ ਗੁਰੂ ਮਹਾਰਾਜ ਦਾ। ਤੇ ਇਹੀ ਕਹਿਣਾ ਸੰਗਤ ਦਾ ਸਾਰੇ। ਬਿਲਕੁਲ ਜੀ, ਅਸੀਂ ਇਸ ਟਾਈਮ ਇੱਕ ਵਾਰੀ ਫੇਰ ਦੱਸ ਦਈਏ ਕਿ ਅਸੀਂ ਇਸ ਟਾਈਮ ਬਿਆਸ ਦਰਿਆ ਦੇ ਉਸ ਪੁਲ ਦੇ ਵਿੱਚ ਖਲੋਤੇ ਹੋਏ ਹਾਂ ਜਿਸ ਟਾਈਮ ਤੇ 1 ਮਿੰਟ ਜਾਂ 1 ਸਕਿੰਟ ਦੇ ਵਿੱਚ ਟ੍ਰੈਫਿਕ ਨਹੀਂ ਰੁਕਦੀ। ਇਸ ਟਾਈਮ ਤੁਸੀਂ ਦੇਖ ਸਕਦੇ ਕਿ ਲਗਾਤਾਰ ਜਿਹੜਾ ਇਸ ਟਾਈਮ ਸੰਗਤਾਂ ਦਾ ਜਿਹੜਾ ਰੋਸ ਹੈਗਾ ਇਸ ਜਗ੍ਹਾ ਦੇ ਉੱਪਰ ਖਲੋਤੇ ਹੋਏ ਸੰਗਤਾਂ ਸਤਨਾਮ ਦਾ ਜਾਪ ਚੱਲਦਾ ਪਿਆ, ਲਗਾਤਾਰ ਕੀਰਤਨ ਦਾ ਜਿਹੜਾ ਪ੍ਰਵਾਹ ਉਹ ਬਿਲਕੁਲ ਚੱਲਦਾ ਪਿਆ ਵਾ। ਸੋ ਦਾ ਰਹਿਰਾ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਸਵੇਰੇ ਸ਼ਾਮ ਜਿਹੜਾ ਨਿਤਨੇਮ ਕੀਤਾ ਜਾਂਦਾ ਤੇ ਸਿੰਘ ਤੁਸੀਂ ਦੇਖ ਸਕਦੇ ਕਿ ਮੇਰੇ ਕੇ ਬਿਲਕੁਲ ਪਿਛਲੇ ਬੰਨੇ ਭਚੰਗੀ ਸਿੰਘ ਫੌਜਾਂ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਵਾ, ਇਹ ਵੀ ਛੋਟੇ ਛੋਟੇ ਚਾਹੇ ਬੇਸ਼ੱਕ ਛੋਟੇ ਛੋਟੇ ਬੱਚੇ ਹੈਗੇ ਪਰ ਇਸ ਟਾਈਮ ਗੁਰੂ ਪ੍ਰਤੀ ਇਹਨਾਂ ਦਾ ਵੀ ਓਨਾ ਪਿਆਰ ਆ ਜਿੰਨਾ ਇੱਕ ਹਰ ਸਿੱਖ ਦੇ ਪ੍ਰਤੀ ਸਾਡੇ ਭੈਣ ਦੇ ਪ੍ਰਤੀ ਪਿਆਰ ਹੁੰਦਾ, ਉਦਾਂ ਇਹ ਛੋਟੇ ਛੋਟੇ ਬੱਚਿਆਂ ਦੇ ਪ੍ਰਤੀ ਵੀ ਓਨਾ ਪਿਆਰ ਹੈਗਾ। ਹਾਂਜੀ ਖਾਲਸਾ ਜੀ, ਬਲਵੀਰ ਸਿੰਘ ਜੀ ਮੈਂ ਤੁਹਾਡੇ ਕੋਲ ਗੱਲ ਪੁੱਛਣਾ ਚਾਹੁੰਦਾ ਕਿ ਜਿੱਦਾਂ ਪ੍ਰਸ਼ਾਸਨ ਦੇ ਨਾਲ ਹੁਣ ਗੱਲਬਾਤ ਚੱਲੀ ਹੈਗੀ ਹੈ, ਕਿਉਂਕਿ ਨੈਸ਼ਨਲ ਹਾਈਵੇ 5 ਮਿੰਟ ਵੀ ਬੰਦ ਕਰਨਾ ਹੋਵੇ ਤੇ ਪੂਰੀ ਸਰਕਾਰ ਦਿੱਲੀ ਤੱਕ ਜਿਹੜੀ ਉਹ ਹਿੱਲ ਜਾਂਦੀ ਆ, ਇਹ ਹੁਣ ਤੱਕ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਹੋਈ ਆ ਉਹ ਕੀ ਗੱਲਬਾਤ ਹੋਈ ਆ? ਜਿਹੜੀ ਪ੍ਰਸ਼ਾਸਨ ਨਾਲ ਗੱਲ ਹੋਈ ਆ 5 ਮਤੇ ਪਾਏ ਗਏ ਆ। ਉਹ ਕੀ ਮਤੇ ਹੈਗੇ ਸੰਗਤਾਂ ਨੂੰ ਦੱਸ ਸਕਦੇ ਜੀ? 5 ਮਤੇ ਜਿਹੜੇ ਆ, ਇੱਕ ਤਾਂ ਜਿਹੜਾ ਸਮੈਦ ਸੈਣੀ ਆ ਜਿਹਨੇ ਉੱਥੇ ਗੋਲੀ ਚਲਾਈ ਆ ਉਹਨੂੰ ਸਸਪੈਂਡ ਕੀਤਾ ਜਾਵੇ। ਦੂਜਾ ਮਤਾ ਕਿ ਜਿਹੜੇ ਪ੍ਰਸ਼ਾਸਨ ਦੇ ਅਫਸਰ ਸਨ ਉੱਚ ਅਧਿਕਾਰੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੀਸਰਾ ਜਿਹੜਾ 5 ਤਖਤਾਂ ਦੇ ਜਥੇਦਾਰ ਵਾ ਇਹਨਾਂ ਨੂੰ ਬਦਲ ਦਿੱਤਾ ਜਾਵੇ। ਤੇ ਹੋਰ
ਗੁਰੂ ਘਰ ਦੀ ਜਿਨ੍ਹਾਂ ਨੇ ਨਰਾਦਰੀ ਕੀਤੀ ਆ, ਜਿਨ੍ਹਾਂ ਨੇ ਨਰਾਦਰੀ ਕੀਤੀ ਗਈ ਆ ਉਹਨਾਂ ਨੂੰ ਪੰਥ ਦੇ ਹਵਾਲੇ ਕੀਤਾ ਜਾਵੇ। ਗੁਰੂ ਘਰ ਦੇ ਦੋਖੀਆਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਨਰਾਦਰ ਕੀਤਾ ਉਹਨਾਂ ਨੂੰ ਪੰਥ ਦੇ ਹਵਾਲੇ ਕੀਤਾ ਜਾਵੇ। ਜਿੰਨੇ ਵੀ ਥਾਵਾਂ ਤੇ ਨਰਾਦਰੀ, ਸਭ ਥਾਵਾਂ ਤੇ, ਬਹੁਤ ਥਾਵਾਂ ਤੇ ਨਰਾਦਰੀ ਹੋ ਚੁੱਕੀ ਹੈ। ਜਿੰਨੇ ਵੀ ਉਹ ਦੋਸ਼ੀ ਆ ਸਾਰਿਆਂ ਨੂੰ ਹੀ ਉਹ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹ ਜਿੰਨਾ ਚਿਰ ਫੜ ਕੇ ਪੰਥ ਦੇ ਸੰਗਤ ਦੇ ਸਾਹਮਣੇ ਨਹੀਂ ਕਰ ਦਿੰਦੇ, ਇਹ ਉਹਨਾਂ ਚਿਰ ਜਿਹੜਾ ਵਾ ਉਹ ਬਿਲਕੁਲ ਇਹ ਹਾਈਵੇ ਜਿਹੜਾ ਉਹ ਬੰਦ ਰਹੂਗਾ। ਪੰਜਵੀਂ ਗੱਲ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਕੁਝ ਹਿੱਸਾ ਜੇ ਮਹਾਰਾਜ ਦਾ ਪ੍ਰਾਪਤ ਨਹੀਂ ਹੋਇਆ ਉਹ ਜਿਹੜਾ ਵਾ ਪੰਥ ਦੇ ਹਵਾਲੇ ਕੀਤਾ ਜਾਵੇ। ਉਹ ਇਹ ਮੰਗ ਵਾ, ਪੰਜਵੀਂ ਇਹ ਮੰਗ ਵਾ। ਇਦਾਂ ਮੰਗਾਂ ਰੱਖੀਆਂ ਵਾ ਪ੍ਰਸ਼ਾਸਨ ਦੇ ਗਾੜੀ, ਪ੍ਰਸ਼ਾਸਨ ਆਣ ਕੇ ਤਰਲੇ ਕੱਢ ਰਿਹਾ ਵਾ ਕਿਉਂਕਿ ਆਵਾਜਾਈ ਜਿਹੜੀ ਆ ਵਪਾਰ ਵਾਲੇ ਬੰਦੇ ਨੂੰ ਵੀ ਸੈਂਟਰ ਤੱਕ ਹਿੱਲ ਗਿਆ ਕਿ ਲੋਕ ਡਰਦੇ ਜਿਹੜੇ ਇਸ ਵੇਲੇ ਕਿ ਨਹੀਂ। ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਨਹੀਂ ਬਾਹਰ ਨਿਕਲ ਰਿਹਾ, ਨਾ ਐਮਐਲਏ ਕਿਤੇ ਜਾ ਕੇ ਕੋਈ ਆਪਣਾ ਦੇ ਰਿਹਾ ਵਾ। ਇਹਨਾਂ ਡਰਿਆ ਪਿਆ ਵਾ ਕਿ ਮੈਂ ਅੱਜ ਘੱਟੋ ਘੱਟ 50-60 ਪਿੰਡਾਂ ਦੇ ਵਿੱਚ ਗਿਆ ਨੌਜਵਾਨਾਂ ਦੇ ਨਾਲ, ਪਿੰਡ ਜਾ ਕੇ ਲੌਸਮੈਂਟ ਕੀਤੀ ਹੈ ਕਿ ਬਿਆਸ ਪਹੁੰਚੋ ਰੋਸ ਮਾਰਚ ਦੇ ਵਿੱਚ, ਪਰ ਇੰਨੇ ਸਹਿਮੇ ਪਏ ਆ ਤੇ ਇੰਨੇ ਲੋਕ ਬਾਈਕਾਟ ਕਰਦੇ ਆ ਅੱਜ ਇਸ ਅਕਾਲੀ ਸਰਕਾਰ ਦੀ ਕਿ ਜਿਹੜੇ ਹੋਰ ਵੀ ਮੈਂਬਰ ਨੇ ਜਾਂ ਹੋਰ ਵੀ ਸੰਗਤਾਂ ਨੇ ਉਹ ਵੀ ਬਾਈਕਾਟ ਕਰਨ। ਤੇ ਅਸੀਂ ਇੱਕ ਹੋਰ ਪ੍ਰੋਗਰਾਮ ਬਣਾਇਆ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ, ਗੁਰਮਤਿ ਦੇ ਧਾਰਨੀ ਹੋਏ ਕਿ ਗੁਰੂ ਸਾਹਿਬ ਨੇ ਸਾਨੂੰ ਬੜੀ ਬਖਸ਼ਿਸ਼ ਕੀਤੀ ਹੈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇ ਦੇਹੂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ, ਇਨਕੀ ਪ੍ਰਤੀਤ ਆਪ ਨੂੰ ਚਾਹੀਦਾ ਸਤਿਗੁਰ ਨੇ ਆਪਣਾ ਪ੍ਰਤਾਪ ਸਾਨੂੰ ਬਖਸ਼ਿਆ ਹੋਵੇ ਤੇ ਅਸੀਂ ਅਕਾਲੀ ਦਲ ਦੇ, ਅਸੀਂ ਕਾਂਗਰਸੀ, ਅਸੀਂ ਪਾਰਟੀਆਂ ਨਾਲ ਜੁੜੀਏ। ਇਹ ਸਾਡੇ ਵਾਸਤੇ ਬੜੀਆਂ ਨਲਕੀਆਂ ਨੇ ਜਿਹਦੇ ਕਰਕੇ ਅੱਜ ਮਾਰ ਖਾਂਦਾ ਆ। ਜੇਕਰ ਅਸੀਂ ਖਾਲਸਾ ਪੰਥ ਨਿਤਨੇਮੀ ਹੁੰਦਾ ਤੇ ਚੜ੍ਹਦੀ ਕਲਾ ਉੱਚੇ ਜੀਵਨ ਵਾਲੇ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣੇ ਰਹਿੰਦੇ, ਸਾਨੂੰ ਅੱਜ ਇਹ ਮਾਰਾਂ ਨਹੀਂ ਸੀ ਪੈਣੀਆਂ ਜਿਹਦੇ ਕਰਕੇ ਪਾਰਟੀਆਂ ਬਾਜ਼ੀਆਂ ਕਰਕੇ ਮਾਰਾਂ ਪੈ ਰਹੀਆਂ। ਪਾਰਟੀ ਦੂਜੀ ਦਾ ਲਾਹ ਲੈ ਰਹੀ ਆ, ਦੂਜੀ ਪਾਰਟੀ ਦੂਜੀ ਦਾ ਲਾਹ ਲੈ ਰਹੀ ਆ। ਅੱਜ ਸਿੱਖ ਸੰਗਤਾਂ ਜੇ ਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣਾ ਚਾਹੁੰਦੀਆਂ, ਦੋ ਚੀਜ਼ਾਂ ਨਾਲ ਜਾਂਦੀਆਂ। ਮਹਾਰਾਜ ਕਹਿੰਦੇ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹੰਦੂਰ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਾਈ। ਸੇਵਾ ਤੇ ਸਿਮਰਨ ਦੋ ਚੀਜ਼ਾਂ ਨਾਲ ਜਾਂਦੀਆਂ ਵਾ। ਨਾ ਬਾਦਲ, ਨਾ ਅਕਾਲੀ ਦਲ, ਨਾ ਕਾਂਗਰਸੀ, ਨਾ ਡੀਜੀਪੀ, ਨਾ ਭਾਜਪਾ ਵਾਲੇ, ਇਹ ਲੋਕ ਜਿਹੜੇ ਨਾਂ ਲਾਈ ਫਿਰਦੇ ਆਪਣੇ, ਇਹ ਨਹੀਂ ਜਾਂਦੇ। ਦੋ ਸੇਵਾਵਾਂ ਜਾਂਦੀਆਂ ਜੇ, ਇਹ ਕਰੋ ਤੇ ਅਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚੇ ਸੁੱਚੇ ਸਿੱਖ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ, ਮੇਰੀ ਇਹ ਬੇਨਤੀ ਹੈ। ਬਿਲਕੁਲ ਸੀ, ਇਹ ਸੀ ਉਹ ਨੌਜਵਾਨ ਜਿਹੜੇ, ਕਿਉਂਕਿ ਇਸ ਟਾਈਮ ਮੈਂ ਬਿਲਕੁਲ ਥੋੜਾ ਜਿਹਾ ਪਿੱਛੇ ਕਰਦਾ ਸੰਗਤਾਂ ਨੂੰ ਕਿ ਸੰਗਤ ਤੁਸੀਂ ਦੇਖ ਸਕਦੇ ਕਿ ਇਸ ਟਾਈਮ ਪੰਡਾਲ ਬਿਲਕੁਲ ਸੱਜਿਆ ਹੋਇਆ ਵਾ। ਬਿਲਕੁਲ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਸੰਗਤਾਂ ਜਿਹੜੀਆਂ ਹੈਗੀਆਂ ਇਸ ਟਾਈਮ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਹੈਗੀਆਂ ਉਹ ਬਾਣੀ ਪੜ੍ਹਦੀਆਂ ਪਈਆਂ ਵਾ, ਕਿਉਂਕਿ ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਹੈਗਾ ਵਾ। ਗੁਰੂ ਦੀ ਕਿਰਪਾ ਦਾ ਸਦਕਾ ਤੱਤ ਪਰ ਤੱਤ ਇਸ ਟਾਈਮ ਸਿੰਘ ਜਿਹੜੇ ਉਹ ਖੜੇ ਹੈਗੇ ਆ। ਬਿਲਕੁਲ ਮੈਂ ਤੁਹਾਡੇ ਨਾਲ ਹਮੇਸ਼ਾ ਲਗਾਤਾਰ ਹੀ ਇਸ ਜਗ੍ਹਾ ਦੀ ਅਤੇ ਹੋਰ ਥਾਵਾਂ ਦੀ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਸਵੇਰ ਦੇ ਹੀ ਅਸੀਂ ਲੱਗੇ ਹੋਏ ਹਾਂ, ਵੱਖ-ਵੱਖ ਥਾਵਾਂ ਦੀ ਜਿਹੜੀ ਅਪਡੇਟ ਅਸੀਂ ਦੇ ਰਹੇ ਹਾਂ। ਇੱਦਾਂ ਹੀ ਅਸੀਂ ਤੁਹਾਡੇ ਨਾਲ ਲੱਗਾ ਰਹਾਂਗੇ, ਤੁਹਾਡੇ ਨਾਲ ਅਸੀਂ ਬਣੇ ਰਵਾਂਗੇ। ਤਦ ਲਈ ਮੈਂ ਤੁਹਾਡੇ ਕੋਲ ਆਗਿਆ ਲੈ ਰਿਹਾ। ਮੈਂ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਪ੍ਰਿੰਸ, ਕੈਮਰਾਮੈਨ ਦਲਜੀਤ ਸਿੰਘ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫੇਰ ਮੈਂ ਬਿਆਸ ਦਰਿਆ ਦੇ ਨਾਲ ਜਿੱਥੇ ਸਿੰਘਾਂ ਨੇ ਮੋਰਚਾ ਲਾਇਆ ਉੱਥੇ ਫਿਰ ਜੁੜਨ ਜਾ ਰਿਹਾ ਵਾਂ।
ਜਿੱਦਾਂ ਕਿ ਤੁਸੀਂ ਦੇਖ ਸਕਦੇ ਕਿ ਇਸ ਟਾਈਮ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਸਿੰਘ ਹੈਗੇ ਆ ਉਹ ਤੱਤ ਬਰ ਤੱਤ ਉਹ ਵੀ ਮੋਰਚਾ ਲਾ ਕੇ ਬੈਠੇ ਹੋਏ ਨੇ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਉਸ ਚੀਜ਼ ਦੀ ਨਾ ਪਰਵਾਹ ਕਰਦੇ ਹੋਇਆਂ ਇਸ ਟਾਈਮ ਮੋਰਚਾ ਜਿਹੜਾ ਲਗਾਤਾਰ ਜਾਰੀ ਹੈਗਾ ਵਾ। ਬਿਲਕੁਲ ਮੈਂ ਸਿੰਘਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦਾ ਜਿਨ੍ਹਾਂ ਨੇ ਖਾਸ ਤੌਰ 'ਤੇ ਇਸ ਮੋਰਚੇ ਵਿੱਚ ਵੱਡਾ ਸਹਿਯੋਗ ਦਿੱਤਾ ਹੋਇਆ ਵਾ। ਮੇਰੇ ਨਾਲ ਦਿਆ ਸਿੰਘ ਜੀ ਜੋ ਕਿ ਨਿਹੰਗ ਸਿੰਘ ਬਾਣੇ ਵਿੱਚ ਨੇ, ਤੇ ਖਾਸ ਤੌਰ 'ਤੇ ਜਿਹੜਾ 9ਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਸਥਿਤ ਹੈਗੇ, ਉਹਨਾਂ ਦੇ ਇਹ ਮੁੱਖ ਸੇਵਾਦਾਰ ਨੇ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿਹੜਾ ਤੁਸੀਂ ਲਗਾਤਾਰ ਇਸ ਜਗ੍ਹਾ ਤੇ ਤੁਸੀਂ ਮੋਰਚਾ ਬਣਾਇਆ ਹੈਗਾ ਵਾ, ਇਹ ਕਦੋਂ ਦਾ ਮੋਰਚਾ ਤੁਸੀਂ ਲਾਇਆ ਹੈਗਾ? ਇਹ ਕੱਲ ਦਾ ਲਾਇਆ ਜੀ ਅਸੀਂ। ਇਹ ਕੱਲ ਦਾ ਤੁਸੀਂ ਮੋਰਚਾ ਲਾਇਆ ਹੋਇਆ ਵਾ। ਤੇ ਖਾਲਸਾ ਜੀ, ਇਹ ਜਿਹੜਾ ਸਾਰਾ ਢਾਂਚਾ ਤਿਆਰ ਕੀਤਾ ਗਿਆ ਵਾ, ਕਿਹੜੀ ਚੀਜ਼ ਨਾਲ ਤੁਸੀਂ ਬਲੌਕੇਜ ਕੀਤੀ ਹੋਈ ਆ? ਇਹ ਢਾਂਚਾ ਜੀ ਬਸ ਅਸੀਂ ਥੋੜ੍ਹੇ ਜਿਹੇ ਜਾਣੇ ਸਿੰਘਾਂ ਨੇ ਗੁਰਮਤਾ ਕੀਤਾ ਸੀ ਤੇ ਇਹ ਵੱਧ ਕੇ ਬਹੁਤ ਜ਼ਿਆਦਾ ਵੱਡਾ ਹੋ ਗਿਆ ਜੀ। ਤੇ ਮੇਨ ਸਾਡਾ ਮਕਸਦ ਇਹ ਹੀ ਵੀ ਸੜਕ ਜਿਹੜੀ ਹੈ ਸਿੰਘਾਂ ਦਾ ਘੱਟ, ਸਿੰਘਾਂ ਸੇਫ ਰਹਿਣ ਸਿੰਘ, ਵੀ ਉਹਨਾਂ ਤੱਕ ਜਿਹੜਾ ਵਾ ਪੁਲਿਸ ਦੀ ਗੱਡੀ ਵੀ ਛੇਤੀ ਨਾ ਪਹੁੰਚੇ। ਵੱਡੇ ਵੱਡੇ ਰੁੱਖ ਜਿਹੜੇ ਵੱਢ ਕੇ ਦੋਵੇਂ ਪਾਸੇ ਜਿਹੜੇ ਸੁੱਟੇ ਗਏ ਜੀ, ਤੇ ਹੋਰ ਕੰਡਿਆਂ ਵਾਲੇ ਰੁੱਖ ਸੁੱਟੇ ਗਏ। ਹੋਰ ਵੀ ਅਸੀਂ ਪ੍ਰਬੰਧ ਕੀਤਾ ਕਿਉਂਕਿ ਹੁਣ ਇਹਨਾਂ ਤੋਂ ਕੱਚੇ ਰਹਿਣ ਦੀ ਤੇ ਲੋੜ ਨਹੀਂ ਹੈਗੀ, ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਬਹੁਤ ਕੁਝ ਇਹਨਾਂ ਨੇ ਕਰਤਾ ਆਪਣੇ ਦੇ ਬੈਠਿਆਂ। ਤੇ ਹੁਣ ਵੀ ਕਈ ਸਾਡੇ ਸਿੰਘ ਕਹਿੰਦੇ ਨੇ ਸ਼ਾਂਤਮਈ ਸੰਘਰਸ਼ ਅਸੀਂ ਕਰਾਂਗੇ, ਸ਼ਾਂਤਮਈ ਸੰਘਰਸ਼ ਕਰਾਂਗੇ। ਸ਼ਾਂਤਮਈ ਸੰਘਰਸ਼ ਦਾ ਜਿਹੜਾ ਸਮਾਂ ਵਾ ਉਹ ਲੰਘ ਗਿਆ, ਬੀਤ ਗਿਆ। ਹੁਣ ਤੇ ਜੇ ਇੱਕ ਇੱਟ ਮਾਰਦੇ ਆ ਗਾੜੀਆਂ ਤੇ 10 ਇੱਟਾਂ ਵੱਜਣਗੀਆਂ, ਇਹੋ ਜਿਹਾ ਅਸੀਂ ਆਪਣੀ ਸੈਟਿੰਗ ਕੀਤੀ ਪਈ ਇੱਥੇ। ਇਹ ਜਿੱਦਾਂ ਕਿ ਦੋਵੇਂ ਪਾਸੇ ਦਰਿਆ ਦੇ ਇੱਕ ਪਾਸੇ ਜਦੋਂ ਆਪਾਂ ਕਹਿੰਦੇ ਟੂਲ ਪਲਾਜ਼ਾ, ਦੂਸਰੀ ਸਾਈਡ ਟੂਲ ਪਲਾਜ਼ਾ ਵਾ, ਇੱਧਰ ਤੁਹਾਡਾ ਸਥਾਨ ਹੈਗਾ 9ਵੇਂ ਪਾਤਸ਼ਾਹ ਦਾ। ਬਿਲਕੁਲ ਦੋਨੋਂ ਪਾਸੇ ਜਿਹੜੇ ਦਰਖਤ ਲਾਏ ਹੋਏ ਆ, ਕੱਟ ਕੇ ਕਿੱਦਾਂ ਕੀਤਾ ਹੋਇਆ? ਹਾਂਜੀ, ਇਹਨਾਂ ਦੋਵਾਂ ਪਾਸਿਆਂ ਤੇ ਲਾਏ ਅਸੀਂ ਦਰਖਤ। ਇੱਕ ਛੋਟਾ ਪੁਲ ਇਹਨਾਂ ਦਾ ਰਾਧਾ ਸਵਾਮੀਆਂ ਦਾ ਲੰਘਦਾ, ਇਹ ਆਪਣੀ ਜਿਹੜੀ ਹੈਗੀ ਇਹਨਾਂ ਦੇ ਸੰਗਤ ਤੇ ਕਹਿ ਨਹੀਂ ਸਕਦੇ ਉਹਨਾਂ ਨੂੰ, ਚਲੋ ਫੇਰ ਵੀ ਸੰਗਤ ਹੀ ਕਹਿ ਦਿੰਨੇ ਅਸੀਂ। ਉਹਨਾਂ ਦੇ ਲੰਘਣ ਵਾਸਤੇ ਇਹਨਾਂ ਨੇ ਛੱਡਿਆ ਸੀ, ਫਿਰ ਉਧਰ ਵੀ ਅਸੀਂ ਹੁਣ ਬਲੌਕ 'ਚ ਕਰ ਦਿੱਤੀ ਜੀ ਸਾਰੀਆਂ। ਕਿਸ ਬੰਦੇ ਨੂੰ ਢਿੱਲ ਦਿੱਤੀ ਜਾ ਰਹੀ, ਕਿਸੇ ਨੂੰ ਢਿੱਲ ਦਿੱਤੀ ਜਾ ਰਹੀ ਕਿ ਲਗਾਤਾਰ ਕਿਸੇ ਨੂੰ ਵੀ ਢਿੱਲ ਨਹੀਂ ਦਿੱਤੀ ਜਾ ਰਹੀ? ਨਹੀਂ, ਢਿੱਲ ਦਿੱਤੀ ਜਾ ਰਹੀ ਜੀ। ਢਿੱਲ ਆਪਣਾ ਐਂਬੂਲੈਂਸ ਨੂੰ ਦਿੱਤੀ ਜਾ ਰਹੀ ਆ, ਤੇ ਬਾਕੀ ਵਿਆਹ ਵਾਲਿਆਂ ਨੂੰ ਦਿੱਤੀ ਜਾ ਰਹੀ। ਜੇ ਕੋਈ ਲਾੜਾ ਜਾ ਰਿਹਾ ਵਿਆਹਣ ਵਾਸਤੇ ਉਹਨੂੰ ਢਿੱਲ ਦਿੱਤੀ ਜਾ ਰਹੀ, ਹੋਰ ਨਹੀਂ ਕਿਸੇ ਨੂੰ ਢਿੱਲ ਦਿੱਤੀ ਜਾ ਰਹੀ। ਬਿਲਕੁਲ ਜੀ, ਇਹ ਨੇ ਦਿਆ ਸਿੰਘ ਜੀ ਜੋ ਕਿ ਲਗਾਤਾਰ ਮੋਰਚਾ ਬਣਾ ਕੇ ਰੱਖਿਆ ਹੋਇਆ ਵਾ। ਇਹ ਉਹ ਸਿੰਘ ਨੇ ਜਿਨ੍ਹਾਂ ਨੇ ਇਹ ਪਹਿਲੇ ਦਿਨ ਆ ਕੇ ਕਿਉਂਕਿ ਆਉਣਾ ਇਹਨਾਂ ਨੇ ਕੀ ਸੀ, ਕਿਉਂਕਿ ਇਹ ਤੇ ਇੱਥੋਂ ਦੇ ਰਹਿਣ ਵਾਲੇ ਸੀ। ਇਹਨਾਂ ਨੇ ਸਾਰਾ ਜਿਹੜਾ ਕਿਉਂਕਿ ਅਲੱਗ-ਅਲੱਗ ਥਾਵਾਂ ਤੇ ਲੋਕਾਂ ਨੇ ਜਿਹੜੇ ਸਿੱਖ ਜਥੇਬੰਦੀਆਂ ਨੇ ਜਿਹੜੇ ਮੋਰਚੇ ਬਣਾਏ ਸੀ, ਪਰ ਇਹ ਜਿਹੜਾ ਮਾਰਗ ਆ, ਜਿਹੜਾ ਮੈਂ ਇੱਕ ਵਾਰੀ ਫੇਰ ਦੱਸ ਦਾਂਗਾ, ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਇਹ ਸੜਕ ਆ ਜਿੱਥੇ ਜਿਹੜੇ ਆ ਬਲੌਕਸ ਕੀਤਾ ਗਿਆ ਵਾ। ਇਸ ਟਾਈਮ ਪੂਰੀ ਨੈਸ਼ਨਲ ਸੜਕ ਜਿਹੜੀ ਹੈਗੀ, ਇੰਟਰਨੈਸ਼ਨਲ ਸੜਕ ਜਿਹੜੀ ਹੈਗੀ ਆ, ਬਲੌਕਸ ਹੋ ਚੁੱਕੀ ਆ। ਇੱਕ ਮੈਂ ਹੋਰ ਗੱਲ ਦੱਸਾਂ, ਜਿੱਦਾਂ ਵਾ ਗੋਂਦਵਾਲ ਸਾਹਿਬ ਦਾ ਜਿਹੜਾ ਪੁਲ ਹੈਗਾ ਵਾ, ਜਿਹਦੇ ਵਿੱਚ ਅਸੀਂ ਗੋਂਦਵਾਲ ਸਾਹਿਬ ਤੋਂ ਚੱਲ ਕੇ ਅਸੀਂ ਤਰਨਤਾਰਨ ਸਾਹਿਬ ਅੰਮ੍ਰਿਤਸਰ ਨੂੰ ਜੁੜਦੇ ਹਾਂ, ਉਹ ਵੀ ਸਿੱਖ ਸੰਗਤਾਂ ਨੇ ਜਿਹੜਾ ਉਹਨੂੰ ਵੀ ਬਲੌਕ ਕਰ ਦਿੱਤਾ ਗਿਆ ਵਾ। ਉਸ ਤੋਂ ਬਾਅਦ ਹਰੀਕਾ ਬੈਲਟ ਜਿਹਨੂੰ ਆਪਾਂ ਕਹਿ ਦਈਏ, ਜਦੋਂ ਆਪਾਂ ਗੰਗਾ ਨਗਰ ਤੋਂ ਲੈ ਕੇ ਅਸੀਂ ਬਰਨਾਲਾ, ਬਠਿੰਡਾ, ਮੋਗਾ, ਮਾਨਸਾ ਅਤੇ ਫਿਰੋਜ਼ਪੁਰ ਦੀ ਜਿਹੜੀ ਪੂਰੀ ਬੈਲਟ ਹੈਗੀ ਹੈ, ਇੱਕ ਹੀ ਦਰਿਆ ਪੈਂਦਾ ਉਹਦਾ, ਹਰੀਕਾ ਪਤਨ, ਜਿਹਦੇ ਵਿੱਚ ਉਸ ਜਗ੍ਹਾ ਤੇ ਵੀ ਖਾਲਸਿਆਂ ਨੇ ਬਿਲਕੁਲ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜੇ ਮੋਰਚੇ ਲਾਏ ਹੋਏ ਨੇ। ਉਸ ਤੋਂ ਬਾਅਦ ਹਰਗੋਬਿੰਦਪੁਰ ਦੀ ਆਪਾਂ ਗੱਲ ਕਰ ਲਈਏ, ਬਿਲਕੁਲ ਇਸ ਟਾਈਮ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਕਿ ਜਲੰਧਰ ਤੋਂ ਬਾਅਦ ਅਸੀਂ ਇਸ ਜਗ੍ਹਾ ਤੇ ਅੰਮ੍ਰਿਤਸਰ, ਰਈਆ ਅਤੇ ਕਿਸੇ ਵੀ ਥਾਂ ਨੂੰ ਅਸੀਂ ਜਿਹੜੇ ਕੋਈ ਵੀ ਬੰਦਾ ਇੱਥੋਂ ਦੇ ਅਪ ਡਾਊਨ ਨਹੀਂ ਕਰ ਸਕਦਾ ਕਿ ਕੋਈ ਦਰਿਆ ਬਿਲਕੁਲ ਇਸ ਟਾਈਮ ਬਲੌਕ ਕਰ ਦਿੱਤੇ ਗਏ ਆ। ਆਵਾਜਾਈ ਲਗਾਤਾਰ ਮੇਰੇ ਖਿਆਲ ਨਾਲ 24 ਘੰਟੇ ਤੋਂ ਉੱਪਰ ਹੋ ਚੁੱਕੀ ਹੈ। ਇਸ ਜਗ੍ਹਾ ਦੀ ਵੀ ਬਲੌਕੇਜ ਕਰ ਦਿੱਤੀ ਗਈ ਆ। ਮੇਰੇ ਨਾਲ ਹਰਜੀਤ ਸਿੰਘ ਜੀ ਮਹਿਤਾ ਚੌਂਕ ਜੋ ਕਿ ਯੂਕੇ ਦੇ ਨਿਵਾਸੀ ਨੇ, ਉੱਥੋਂ ਖਾਸ ਤੌਰ 'ਤੇ ਇੱਥੇ ਆਏ ਨੇ। ਇੱਥੇ ਆ ਕੇ ਸੇਵਾਵਾਂ ਜਿੱਦਾਂ ਕਿ ਉਹ ਨਿਭਾਉਂਦੇ, ਹਰ ਵਾਰੀ ਨਿਭਾਉਂਦੇ, ਇਸ ਵਾਰ ਵੀ ਉਹ ਸੇਵਾ ਤਤਪਰ ਤਤ ਰਹਿ ਕੇ ਉਹ ਸੇਵਾ ਨਿਭਾ ਰਹੇ ਨੇ। ਹਾਂਜੀ ਖਾਲਸਾ ਜੀ, ਵਾਹਿ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕਰਦਾ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਬੇਅਦਬੀ ਹੋਈ ਆ, ਇਹ ਨਵੀਂ ਬੇਅਦਬੀ ਨਹੀਂ, ਪਹਿਲੀ ਵਾਰੀ ਬੇਅਦਬੀ ਨਹੀਂ। ਲਗਾਤਾਰ ਬੇਅਦਬੀਆਂ ਦਾ ਜਿਹੜਾ ਜ਼ੋਰ ਹੈਗਾ ਵਾ ਲਗਾਤਾਰ ਜਾਰੀ ਹੈਗਾ, ਕਿਉਂਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਕਿ 5 ਦਿਨ ਪਹਿਲਾਂ ਬੇਅਦਬੀ ਹੋਈ ਆ, 4 ਦਿਨ ਪਹਿਲਾਂ ਬੇਅਦਬੀ ਹੋਈ ਆ, 2 ਦਿਨ ਬਾਅਦ ਬੇਅਦਬੀ ਹੋਈ ਆ, ਕੱਲ ਵੀ ਬੇਅਦਬੀ ਹੋਈ ਆ। ਲਗਾਤਾਰ ਬੇਅਦਬੀਆਂ ਜਿਹੜੀਆਂ ਹੈਗੀਆਂ ਵਾ, ਇਹ ਕਿਹੜੇ ਲੋਕ ਨੇ ਜਿਹੜੇ ਕਰ ਰਹੇ ਨੇ? ਦੇਖੋ, ਬੇਅਦਬੀ ਦਾ ਬਚਨ ਕੀਤਾ ਆਪ ਜੀ ਨੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਸਥਾਨ ਨਨਕਾਣਾ ਸਾਹਿਬ, ਉੱਥੋਂ ਦੇ ਮਹੰਤ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵਾਰ ਕੀਤੇ, ਤੇ ਜਿਹੜੇ ਵਾਰ ਕਰਨ ਦੇ ਨਾਲ ਗੁਰੂ ਕੇ ਸਿੱਖਾਂ ਨੇ ਵਾਰ ਆਪਣੇ 'ਤੇ ਝੱਲੇ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵੀ ਕੁਹਾੜੀਆਂ ਦੇ ਵਾਰ ਜਿਹੜੇ ਆਏ, ਜਿਹੜੇ ਅੱਜ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ, ਉਹਨਾਂ ਨੇ ਉਸ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਵਾਈ, ਕਿਉਂਕਿ ਬੜੇ ਬੜੇ ਡੂੰਘੇ ਟੱਪ ਲੱਗੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ। ਦੂਸਰੇ 78 ਦੇ ਵਿੱਚ ਇਹ ਸਰਕਾਰ ਬਾਦਲ ਦੀ ਆਈ, ਗੁਰਬਚਨਾ ਪਾਪੀ
ਉਸਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਫਿਰ ਭਨਿਆਰੇ ਵਾਲਾ ਆਇਆ, ਉਸਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਸੇ ਸਰਕਾਰ ਦੇ ਹੁੰਦਿਆਂ ਹੁਣ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਅਲੋਪ ਕੀਤਾ ਗਿਆ, ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁਲ ਗੁੰਮ ਕਰ ਦਿੱਤਾ ਗਿਆ। ਹੁਣ ਆਪ ਜੀ ਵੀ ਜਾਣਦੇ ਹੋ, ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਾਣਦੇ ਵੀ ਕੋਟਕਪੂਰੇ ਵਿਖੇ ਕੀ ਹੋਇਆ। ਕੱਲਾ ਕੱਲਾ ਪੱਤਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲੀਆਂ ਵਿੱਚ ਰੂੜੀਆਂ ਦੇ ਉੱਤੇ ਖਿਲਾਰ ਦਿੱਤਾ ਗਿਆ। ਹੁਣ ਪਿੰਡ ਬਾਟ ਵਿਖੇ ਵੀ ਹੁਣ ਸੰਗਤਾਂ ਦੇ ਹਿਰਦੇ ਤੇ ਬਲੂੰਦਰੇ ਗਏ। ਜਦੋਂ ਪਹਿਲਾਂ ਸਾਡੀ ਪੱਗ ਨੂੰ ਹੱਥ ਪਾਇਆ, ਫਿਰ ਸਾਡੇ ਕੇਸਾਂ ਨੂੰ ਹੱਥ ਪਾਇਆ, ਦਸਮ ਬਾਣੀ ਨੂੰ ਹੱਥ ਪਾਇਆ, ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਪਾ ਦਿੱਤਾ ਗਿਆ। ਹੁਣ ਨੌਜਵਾਨ ਜਿਵੇਂ ਤੁਸੀਂ ਦੇਖ ਰਹੇ ਹੋ ਕਿਵੇਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਾਤਾਵਾਂ ਬਜ਼ੁਰਗ ਭੈਣਾਂ ਵੀਰ ਸਭ ਅੱਜ ਇਹ ਬਿਆਸ ਦਾ ਜਿਹੜਾ ਪੁਲ ਜਿੱਥੇ ਆਪਾਂ ਖਲੋਤੇ ਆ ਨਾ, ਇਹ ਪੁਲ ਜਿਹੜਾ ਜਿਵੇਂ ਆਪ ਜੀ ਨੇ ਪਹਿਲਾਂ ਦਰਸਾਇਆ ਕਿ ਇਹ ਦਿੱਲੀ ਦਾ ਤੇ ਲਾਹੌਰ ਦਾ ਪੁਲ ਆ, ਇੰਟਰਨੈਸ਼ਨਲ ਇਹ ਹਾਈਵੇ ਆ। ਅੱਜ ਇਹ ਗੁਰੂ ਕੇ ਸਿੱਖਾਂ ਨੇ ਜਿਵੇਂ ਭਾਈ ਦਇਆ ਸਿੰਘ ਜੀ ਪਰਸੋਂ ਵੀ ਗੁਰੂ ਕੇ ਸਿੰਘ ਨੇ ਧਰਨਾ ਲਾਇਆ ਸੀ, ਪਰ ਉਹ ਛੱਡ ਕੇ ਚਲੇ ਗਏ। ਫਿਰ ਇਹਨਾਂ ਨੇ ਆਪਣੀ ਵਿਉਂਤਬੰਦੀ ਕਰਕੇ ਰਾਜਨੀਤੀ ਨਹੀਂ, ਇਹ ਆਪਣੇ ਗੁਰਮਤਾ ਗੁਰੂ ਦੇ ਨਾਲ ਕਰਕੇ ਇਹਨਾਂ ਨੇ ਇਸ ਪੁਲ ਨੂੰ ਬੰਦ ਕੀਤਾ। ਅੱਜ ਸਫਲਤਾ ਹੀ ਮਿਲੀ ਹੈ। ਜਦੋਂ ਅਸੀਂ ਰਾਤੀ ਦਿੱਲੀ ਵੱਲੋਂ ਮੈਂ ਆਇਆ ਤੇ ਹਰਗੋਬਿੰਦਪੁਰ ਦਾ ਪੁਲ ਚੱਲ ਰਿਹਾ ਸੀ, ਬਿਲਕੁਲ ਨਸ਼ਹਿਰਾ ਪੱਤਨ ਦਾ ਪੁਲ ਚੱਲ ਰਿਹਾ। ਫਿਰ ਮੇਰੇ ਮਨ 'ਚ ਆ ਵੀ ਗੋਂਦਵਾਲ ਸਾਹਿਬ ਦਾ ਪੁਲ ਚੱਲ ਰਿਹਾ। ਦੁਪਹਿਰੀ ਅਨਾਉਂਸ ਕੀਤਾ ਕਿ ਉਹ ਪੁਲ ਬੰਦ ਕੀਤੇ ਜਾਣ। ਹੁਣ ਡੱਲੇ ਵਾਲਾ ਪੁਲ ਬੰਦ ਹੈ, ਨਸ਼ਹਿਰਾ ਪੱਤਨ ਵਾਲਾ ਪੁਲ ਬੰਦ ਹੈ। ਹੁਣ ਗੁਰੂ ਕੇ ਸਿੰਘ ਕੱਲ ਭੋਗਪੁਰ ਨੂੰ ਬੰਦ ਕਰ ਦੇਣਗੇ। ਜਦੋਂ ਇਹ ਸਰਕਾਰ ਦੇ ਨਾਸਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਹਨਾਂ ਦਾ ਸਾਹ ਆਉਣਾ ਬੰਦ ਹੋ ਜਾਵੇਗਾ। ਹੁਣ ਮੈਂ ਦੱਸਿਆ ਭਾਈ ਦਿਆ ਸਾਹਿਬ ਇਹਨੂੰ ਐਸਐਸਪੀ ਨੇ ਸੱਦਿਆ ਵੀ ਤੁਸੀਂ ਆਖੋ ਤੇ ਮੈਂ ਕੋਈ ਲੀਡਰ ਲੈ ਕੇ ਆਵਾਂ, ਉਹਨੂੰ ਤੁਸੀਂ ਜੋ ਵੀ ਕਹੋਗੇ ਉਹ ਮੰਨਣ ਨੂੰ ਤਿਆਰ ਹੋਵੇਗਾ। ਤੇ ਸਾਡਾ ਤੇ ਇੱਕੋ ਹੀ ਮਕਸਦ ਹੈ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ ਜਾਂ ਸਰਕਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਆਪ ਜੀ ਵੀ ਜਾਣਦੇ ਹੋ ਗੁਰਪ੍ਰੀਤ ਸਿੰਘ ਜੀ ਵੀ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਦਾ ਕੀ ਫੈਸਲਾ ਦਿੱਤਾ ਵੀ ਲਾਈਵ ਗੁਰੂ ਦੇ ਗੁਰੂ ਹੈ। ਇਹ ਸਰੂਪ ਜਿਹੜਾ ਬਾਡੀ ਹੈ ਅਸੀਂ ਇਹਨੂੰ ਬਾਡੀ ਕਰਕੇ ਮੰਨਦੇ ਹਾਂ ਕਿਉਂਕਿ ਭੈ ਰੱਖਦੇ ਹਾਂ। ਸ੍ਰੀ ਹਰਿਮੰਦਰ ਸਾਹਿਬ 'ਚ ਚੌਰ ਬਰਦਾਰ ਨੇ, ਚਾਕਰ ਨੇ, ਸੇਵਾਦਾਰ ਨੇ, ਹਰ ਗੁਰੂ ਘਰ ਦੇ ਵਿੱਚ ਚਾਕਰ ਹੁੰਦੇ ਨੇ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਜਿਹੜੀ ਗੁਰੂ ਸਾਹਿਬ ਦੀ ਨਰਾਦਰੀ ਹੋਈ ਹੈ, ਜਿੱਦਾਂ ਨਰਾਦਰੀ ਜਿਵੇਂ ਜਿਵੇਂ ਉਹ ਸਤਿਗੁਰ ਦਾ ਅੰਗ ਉਹਨਾਂ ਨੇ ਪਾੜਿਆ ਤਿਵੇਂ ਤਿਵੇਂ ਉਹਨਾਂ ਦੇ ਵੀ ਅੰਗ ਕੱਟੇ ਜਾਣ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਾਡੇ ਦਿਲਾਂ ਵਿੱਚ ਤਾਂ ਠੰਡ ਪੈਣੀ ਹੈ, ਸਾਡੇ ਤਾਂ ਪੰਥ 'ਚ ਠੰਡ ਪੈਣੀ ਜਦ ਤੱਕ ਉਹਨਾਂ ਨੂੰ ਕੋਈ ਸਖਤ ਸਜ਼ਾ ਨਾ ਦਿੱਤੀ ਜਾਵੇਗੀ। ਆਪ ਜੀ ਜਾਣਦੇ ਹੋ ਕਿ ਕੋਈ ਮੁਸਲਮਾਨਾਂ ਦੇ ਧਰਮ ਦੇ ਉੱਤੇ ਕੋਈ ਇਹੋ ਜਿਹਾ ਹਮਲਾ ਕਰਦਾ, ਹਿੰਦੂਆਂ ਦੀ ਆ ਗਊ ਮਾਰ ਦਿੱਤੀ ਤੇ ਕਿੰਨਾ ਨੁਕਸਾਨ ਕੀਤਾ। ਸੋ ਇਸ ਕਰਕੇ ਸਿੱਖ ਅੱਜ ਸਦਾ ਹੀ ਕੁੱਟ ਖਾਂਦੇ ਰਹਿਣ। ਹੁਣ ਬੈਠੇ ਸਿੰਘਾਂ ਦੇ ਗੋਲੀਆਂ ਚਲਾਈਆਂ, ਡਾਂਗਾਂ ਵਰਸਾਈਆਂ, ਔਰ ਇੱਕ 12 ਸਾਲ ਦਾ ਬੱਚਾ ਜਿਹਦੇ ਪੱਟਾਂ 'ਚ ਗੋਲੀਆਂ ਵੱਜੀਆਂ ਗ੍ਰੰਥੀ ਦਾ, ਉਹ ਵਿਚਾਰਾ ਗਰੀਬ ਸਿੱਖ ਦਾ ਬੱਚਾ, ਅੱਜ ਡਾਕਟਰ ਉਹ ਵੀ ਕਹਿ ਰਹੇ ਕਿ ਉਹਦੀਆਂ ਲੱਤਾਂ ਕੱਟਣੀਆਂ ਪੈਣਗੀਆਂ। ਇਹ ਸਰਕਾਰ ਉਸ ਬੱਚੇ ਨੂੰ 17 ਸਾਲ ਦਾ ਸਿੰਘ ਜਿਹਦੇ ਆਪਣੇ ਰੀੜ੍ਹ ਦੀ ਹੱਡੀ ਦਾ ਬਿਲਕੁਲ ਫ੍ਰੈਕਚਰ ਕਰ ਦਿੱਤੀ, ਕੀ ਸਰਕਾਰ ਉਸ ਨੂੰ ਸਜ਼ਾ ਜੀਵਤ ਕਰ ਸਕਦੀ ਹੈ? ਜ਼ਿੰਦਗੀ ਭਰ 'ਚ ਅਪਾਹਜ ਕਰ ਦਿੱਤਾ ਹੈ। ਇੱਕ ਤੇ ਗੁਰੂ ਤੇ ਹਮਲੇ, ਦੂਜੇ ਸਿੱਖਾਂ ਤੇ ਹਮਲੇ। ਦੱਸੋ ਅਸੀਂ ਕਿੰਨਾ ਕੁ ਚੁੱਪ ਕਰਕੇ ਬਈਏ? ਇਹ ਮੋਦੀ ਇਹਦੇ ਸਿਰ ਤੇ ਰਹਿਣ ਨਹੀਂ ਦੇਣੀ ਬੋਦੀ। ਸੋ ਇਸ ਕਰਕੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਇਹ ਨਹੀਂ ਕਿ ਅਸੀਂ ਬਾਹਰਲੇ ਦੇਸ਼ਾਂ 'ਚ ਬੈਠੇ। ਮੈਂ ਇੱਕ ਸਿੱਖ ਚੈਨਲ ਤੇ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇੰਗਲੈਂਡ ਦੇ ਵਿੱਚ ਵੀ ਕਈ ਗੁਰੂ ਘਰ, ਸਾਡੇ ਕੰਟਰੀਆਂ 'ਚ ਵੀ ਗੁਰੂ ਘਰ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਨੇ। ਉਹ ਜਿਹੜੇ ਐਸਜੀਪੀਸੀ ਜਾਂ ਬਾਦਲ ਦੇ ਪਿੱਠੂ ਨੇ, ਉਹ ਜਾ ਕੇ ਬਾਦਲ ਦੇ ਇੱਥੇ ਵੀ ਆ ਕੇ ਇੰਡੀਆ ਵਿੱਚ ਆ ਕੇ ਜਿਹੜਾ ਆਪਾਂ ਹਿੰਦੁਸਤਾਨ ਕਹਿੰਦੇ ਨੇ ਇਹ ਵੀ ਕਹਿਣਾ ਬੰਦ ਕਰ ਦਿਓ। ਹਿੰਦੁਸਤਾਨ ਕੋਈ ਸੰਵਿਧਾਨ ਨਹੀਂ ਹੈ। ਜੇ ਤੁਸੀਂ ਖਾਲਿਸਤਾਨ ਕਹਿੰਦੇ ਹੋ ਤੇ ਤੁਹਾਨੂੰ ਮਾਰ ਪੈਂਦੀ ਹੈ। ਤੇ ਹਿੰਦੁਸਤਾਨ ਵੱਡੇ ਤੋਂ ਵੱਡਾ ਅਫਸਰ, ਛੋਟੇ ਤੋਂ ਛੋਟਾ ਅਫਸਰ ਅਟਾਰੀ ਬਾਰਡਰ ਤੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਨੇ। ਇਹ ਕੋਈ ਸੰਵਿਧਾਨ ਨਹੀਂ ਹੈ। ਇਹ ਭਾਰਤ ਕਹਿ ਸਕਦੇ, ਇੰਡੀਆ ਕਹਿ ਸਕਦੇ ਹਾਂ। ਸੋ ਇਸ ਕਰਕੇ ਜਿਹੜੇ ਲੋਕ ਇੰਡੀਆ ਵਿੱਚ ਆ ਕੇ ਇਹਨਾਂ ਬਾਦਲ ਦੀਆਂ ਰੋਟੀਆਂ ਸੇਕਦੇ ਨੇ ਤੇ ਗੁਰੂ ਘਰਾਂ ਦੇ ਪ੍ਰਧਾਨ ਬਣੇ ਨੇ, ਉਹਨਾਂ ਦਾ ਵੀ ਵਿਦੇਸ਼ਾਂ ਦੇ ਵਿੱਚ ਬਾਈਕਾਟ ਕੀਤਾ ਜਾਵੇ ਉਹਨਾਂ ਪ੍ਰਧਾਨਾਂ ਦਾ। ਬਿਲਕੁਲ ਤੁਸੀਂ ਦੇਖ ਸਕਦੇ ਕਿ ਜਿਹੜਾ ਦਰਦ ਹੈਗਾ ਵਾ ਉਹ ਚਾਹੇ ਕੋਈ ਵੀ ਸਿੰਘ ਹੈਗਾ ਉਹਦਾ ਤੱਤ ਪਰ ਤੱਤ ਉਹ ਗੁਰੂ ਦੇ ਆਪਣੇ ਭਾਣੇ ਦੇ ਵਿੱਚ ਰਹਿੰਦਾ ਵਾ। ਕਦੀ ਵੀ ਗੁਰੂ ਦੇ ਨਾਲ ਜਿਹੜੀ ਬੇਅਦਬੀ ਹੁੰਦੀ ਆ ਕਦੀ ਵੀ ਉਹ ਨਹੀਂ ਚਾਹੁੰਦਾ ਕਿ ਗੁਰੂ ਨਾਲ ਜਿਹੜੀ ਬੇਅਦਬੀ ਹੁੰਦੀ ਆ ਉਹ ਕਦੀ ਵੀ ਨਾ ਹੋਵੇ। ਬਿਲਕੁਲ ਤੁਸੀਂ ਦੇਖ ਸਕਦੇ ਕਿ ਇਸ ਟਾਈਮ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਹੈਗੇ ਆ, ਚਾਹੇ ਬੇਸ਼ੱਕ ਉਹਨਾਂ ਦੀ ਉਮਰ ਛੋਟੀ ਹੈਗੀ ਆ, ਪਰ ਗੁਰੂ ਦੇ ਭਾਣੇ ਵਿੱਚ ਤੱਤ ਪਰ ਤੱਤ ਰਹਿ ਕੇ ਉਹ ਖੜੇ ਹੈਗੇ ਨੇ, ਚੜ੍ਹਦੀ ਕਲਾ ਦੇ ਵਿੱਚ ਨੇ। ਇਸ ਟਾਈਮ ਮੋਰਚਾ ਜਿਹੜਾ ਹੈਗਾ ਵਾ ਚੜ੍ਹਦੀ ਕਲਾ ਦੇ ਵਿੱਚ ਹੈਗਾ ਵਾ। ਬਿਲਕੁਲ ਲਗਾਤਾਰ ਇਹਨਾਂ ਨੇ
ਇਹ ਗੱਲ ਕਹਿ ਦਿੱਤੀ ਗਈ ਆ ਕਿ ਤਦ ਤੱਕ ਮੋਰਚਾ ਅਸੀਂ ਨਹੀਂ ਬੰਦ ਕਰਾਂਗੇ ਜਦ ਤੱਕ ਸਾਡੇ ਜਿਹੜੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਗੀਆਂ ਜਾਣਗੀਆਂ। ਪਰ ਹੁਣ ਦੇਖਣਾ ਕੀ ਹੋਏਗਾ ਕਿ ਕਦੋਂ ਤੱਕ ਜਿਹੜੀਆਂ ਮੰਗਾਂ ਉਹ ਪੂਰੀਆਂ ਹੁੰਦੀਆਂ ਤੇ ਕਦੋਂ ਤੱਕ ਜਿਹੜੇ ਸਿੰਘ ਹੈਗੇ ਇਹ ਮੋਰਚਾ ਆਪਣਾ ਖੋਲ੍ਹਦੇ ਨੇ। ਮੈਂ ਗੁਰਪ੍ਰੀਤ ਸਿੰਘ ਪ੍ਰਿੰਸ, ਕੈਮਰਾਮੈਨ ਦਲਜੀਤ ਸਿੰਘ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।